हथ पैर पल्ला मार लिए, होना वही है जो मालिक नूं मंजूर है। लो जी एक सेकंड रिकॉर्डिंग। हाँ जी अज आपां 516 अंग तो ज्ञान शुरू करांगे। तो गुजरी राग दे विच तीसरी पातशाही की जिहड़ी वार हैगी आ उहदी 19वीं पौड़ी लै रहे हैं आपां। और इस तो पहला जिहड़ा ना एक गल मैं दसना चाहुंदा भी वो जिहड़ी हुण 2-3 दिन जिहड़ा है ना अपनी प्रोग्राम्स जिहड़े हैगे आपां रिकॉर्डिंग वगैरह जिहड़ी है ना वो सुखविंदर कर रहे सी, मेरे को आ नहीं रही सी किसी भी तरीके नाल, मेरे को आ गईयां तो मैं वो रिकॉर्डिंग्स जिहड़ियां अपलोड करतियां। तो एक सवेर वाली कथा जिहड़ी सी ओहदी भी मैं गलत रिकॉर्डिंग करती सी, वो अपलोड वो भी मैं ठीक करती है। तो हुण 2 रिकॉर्डिंग्स मेरे को बाकी है, तो एक आ तीसरी रिकॉर्डिंग हैगी। तो मैं प्रोग्राम के बाद जिहड़ा हैगा तीनों नूं यूट्यूब ते पा के फिर उस तो बाद मैं जिहड़ा हैगा सौंगा। तो प्लीज़ ठीक है जी, ठीक है जी। देर के लिए कोई नहीं, तुम आराम ना कर लो। ओ कोई नहीं, कथा वो आ भी नवी कथा कोई आराम ना करो, तुम कहनो परेशान हो रहे जो। एक वीडियो दिन च 2 ही कर सकते हो, तो जोर बड़ा लगता है। नहीं कोई नहीं, मैं देर के लिए खेद है बस, इन्ना ही कह सकते हैं आप। कोई गल नहीं, कोई। तो ਇਹਦੇ ਵਿੱਚ ਜਿਹੜਾ ਹੈਗਾ ਆਪਾਂ ਨੇ ਜਿਹੜੀ 18ਵੀਂ ਪੌੜੀ ਲਈ ਸੀ ਉਹਦੇ ਵਿੱਚ ਮਹਾਰਾਜ ਨੇ ਦੱਸਿਆ ਸੀ ਬਈ ਜਿਹੜਾ ਭਗਤ ਹੁੰਦੇ ਆ, ਜਿਹੜੇ ਢਾਡੀ ਹੁੰਦੇ ਆ, ਜਿਹੜੇ ਪਰਮਾਤਮਾ ਦਾ ਜਸ ਗਾਉਂਦੇ ਆ, ਕਹਿੰਦੇ ਉਹਨੂੰ ਕਹਿ ਸਕਦੇ ਆ ਆਪਾਂ ਜਿਹੜਾ ਪਰਮਾਤਮਾ ਦਾ ਢਾਡੀ ਜਾਂ ਭਗਤ, ਕਹਿੰਦੇ ਜਿਹਨੂੰ ਕਿ ਉਹ ਮਾਲਕ ਪਰਮਾਤਮਾ ਦੇ ਨਾਲ ਪਿਆਰ ਪੈਦਾ ਹੋ ਜਾਏ। ਔਰ ਉਹ ਜਿਹੜਾ ਹੈਗਾ ਇਸ ਕੰਮ ਨੂੰ ਜਿਹੜਾ ਹੈਗਾ ਪ੍ਰੇਮ ਦੇ ਨਾਲ ਜਿਹੜਾ ਹੈਗਾ ਹਮੇਸ਼ਾ ਜਿਹੜਾ ਹੈਗਾ ਉਹ ਮਾਲਕ ਦੀ ਯਾਦ 'ਚ ਹੀ ਬੈਠਾ ਹੋਏ, ਮਾਲਕ ਹਮੇਸ਼ਾ ਯਾਦ ਰਹੇ, ਉਹਦੇ ਧਿਆਨ ਤੋਂ ਉਹਦੇ ਤੋਂ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਯਾਦ 'ਚੋਂ ਕਦੀ ਵੀ ਮਾਲਕ ਭੁੱਲੇ ਨਾ ਉਹਨੂੰ। ਆਹ ਸੇਵਾ ਜਿਹੜਾ ਹੈਗਾ ਗੁਰੂ ਦੀ ਮੱਤ ਦੇ ਦੁਆਰਾ ਆਹ ਸੇਵਾ ਉਹ ਕਰਦਾ ਰਹੇ, ਉਹਨੂੰ ਕਹਿੰਦੇ ਆ ਢਾਡੀ ਭਗਤ। ਤੇ ਜਿਹੜੇ ਉੱਪਰੋਂ ਹੀ ਹੈਗੇ ਜਿਨ੍ਹਾਂ ਦਾ ਭਾਵਨਾ ਪਿਆਰ ਜਿਹੜਾ ਹੈਗਾ ਦੂਸਰਾ ਭਾਵ ਹੈਗਾ, ਜਿਹੜੇ ਦੁਰਸਤੇ ਦੇ ਉੱਤੇ ਖੜੇ ਆ ਜਿਨ੍ਹਾਂ ਨੂੰ ਰਸਤਾ ਹੀ ਨਹੀਂ ਪਤਾ ਹੈਗਾ, ਕਦੀ ਇੱਧਰ ਕਦੀ ਉੱਧਰ, ਉਹ ਕਹਿੰਦੇ ਭਾਈ ਉਹਨਾਂ ਦੇ ਅੰਦਰ ਲੱਭ ਤੇ ਲੋਭ ਬਰਕਰਾਰ ਰਹਿੰਦਾ ਹੈ। ਔਰ ਉਹ ਜਿਹੜੇ ਹੈਗੇ ਕਿਉਂਕਿ ਉਹਨਾਂ ਦੇ ਅੰਦਰ ਮਾਇਆ ਦੇ ਨਾਲ ਪਦਾਰਥਾਂ ਦੇ ਨਾਲ ਉਹਨਾਂ ਦੇ ਖਾਣ ਦੇ ਨਾਲ ਉਹਨਾਂ ਦੇ ਜਿਹੜੇ ਹੈਗੇ ਭੋਗਾਂ ਦੇ ਨਾਲ ਪਿਆਰ ਹੁੰਦਾ ਹੈ। ਅਤੇ ਫਿਰ ਉਹਨਾਂ ਦਾ ਰਿਜ਼ਲਟ ਜਿਹੜਾ ਹੈਗਾ ਮਹਾਰਾਜ ਕਹਿੰਦੇ ਆ ਬਈ ਮਨੁੱਖਾ ਜੂਨ ਚਲੇ ਜਾਂਦੀ ਆ ਔਰ ਜੰਮਣਾ ਮਰਨਾ ਇਹ ਬਰਕਰਾਰ ਰਹਿੰਦਾ ਹੈ। ਅਤੇ ਇਸ ਕਰਕੇ ਜਿਹੜਾ ਹੈਗਾ ਉਹ ਖੁਆਰ ਰਹਿੰਦੇ, ਦੁਖੀ ਰਹਿੰਦੇ। ਜ਼ਰੂਰ ਉਹਨਾਂ ਨੂੰ ਜਿਹੜੇ ਹੈਗੇ ਆ ਇਹ ਜੋ ਪਦਾਰਥ ਹੈਗੇ ਇਹਨਾਂ ਦੇ ਸਵਾਦ ਜ਼ਰੂਰ ਆਉਂਦੇ ਆ, ਪਰ ਪਦਾਰਥਾਂ ਦੇ ਨਾਲ ਉਹਨਾਂ ਦਾ ਰੱਜ ਨਹੀਂ ਆਉਂਦਾ, ਸੰਤੋਸ਼ ਨਹੀਂ ਆਉਂਦਾ, ਖੁਸ਼ੀ ਨਹੀਂ ਆਉਂਦੀ। ਅਤੇ ਜਿਹੜੇ ਭਗਤੀ ਕਰਦੇ ਆ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ ਆ, ਬ੍ਰਹਮ ਗਿਆਨ ਲੈ ਲਿਆ ਔਰ ਉਸ ਅਨੁਸਾਰ ਜਿਹੜੇ ਚੱਲ ਪਏ ਆ, ਅਤੇ ਉਹਨਾਂ ਦੇ ਵਿੱਚੋਂ ਖਾਲੀ ਕੋਈ ਵੀ ਨਹੀਂ ਹੈਗਾ। ਭਾਵੇਂ ਜੀਵਨ ਦੇ ਆਖਰੀ ਦਿਨ ਮੰਨ ਲਓ ਕੱਲ੍ਹ ਨੂੰ ਆਪਾਂ ਨੇ ਤੁਰ ਜਾਣਾ, ਆਖਰੀ ਦਿਨ ਵੀ ਇਨਸਾਨ ਪਰਮਾਤਮਾ ਦੇ ਵੱਲ ਨੂੰ ਸ਼ਿਫਟ ਹੋ ਗਿਆ, ਉਹਦੇ ਅੰਦਰ ਮਾਲਕ ਦੀ ਖਿੱਚ ਪੈਦਾ ਹੋ ਗਈ ਅਤੇ ਜੂਨਾਂ ਦੇ ਵਿੱਚ ਨਹੀਂ ਜਾਏਗਾ। ਉਹ ਆਖਰੀ ਟਾਈਮ ਤੱਕ ਪਰਮਾਤਮਾ ਵੇਟ ਕਰਦਾ ਹੈ ਬਈ ਕਦੀ ਤਾਂ ਇਹ ਮੇਰੇ ਵੱਲ ਮੁੜੇਗਾ। ਸਾਰੀ ਉਮਰ ਲੰਘ ਗਈ, ਮੈਂ ਇਹਦਾ ਮੂੰਹ ਦੇਖੀ ਜਾ ਰਿਹਾ ਹਾਂ। ਇਸ ਇਨਸਾਨ ਨੂੰ ਜਿਹੜਾ ਹੈਗਾ ਮੈਂ ਭੇਜਿਆ ਹੈ ਦੁਨੀਆ ਦੇ ਵਿੱਚ, ਇਸ ਜਿਹੜਾ ਹੈਗਾ ਚੇਤਨ ਨੂੰ, ਇਹ ਮੇਰੇ ਵੱਲ ਜਿਹੜਾ ਹੈਗਾ ਸੁਰਤੀ ਨਹੀਂ ਕਰ ਰਿਹਾ। ਆਖਰੀ ਟਾਈਮ 'ਤੇ ਵੀ ਜੇ ਆਪਾਂ ਇਸ ਪਾਸੇ ਆ ਗਏ, ਤਿੰਨ ਜਮ ਕੀ ਤਲਬ ਨਾ ਹੋ ਗਈ, ਨਾ ਉਹ ਦੁੱਖ ਸਹਾਏ, ਉਹਨਾਂ ਨੂੰ ਜਮ ਕਾਲਫਾਰ ਨਹੀਂ ਕਰੇਗਾ ਪਾਏ। ਮਨੁੱਖਾ ਜੂਨ ਉਹਨਾਂ ਦੀ ਬਰਕਰਾਰ ਹੈਗੀ। ਔਰ ਜਿਹੜੇ ਗੁਰੂ ਦੇ ਰਾਹੀਂ ਧਿਆਨ ਸਿਮਰਨ ਕਰਦੇ ਆ ਉਹ ਫਿਰ ਜਿਹੜੇ ਹੈਗੇ ਇਸ ਪੰਜ ਭੂਤਕ ਸਰੀਰ 'ਚੋਂ ਜਿਹੜਾ ਹੈਗਾ ਮਾਇਆ ਦੀ ਕੈਦ 'ਚੋਂ ਜਨਮ ਮਰਨ ਤੋਂ ਜਿਹੜੇ ਹੈਗੇ ਉਹ ਸੁਰਖਰੂ ਹੋ ਜਾਂਦੇ ਆ। ਹੁਣ ਇਸ ਤੋਂ ਅੱਗੇ ਜਿਹੜੀ ਹੈਗੀ ਆ
ਉਹ ਇਹ 19ਵੀਂ ਜਿਹੜੀ ਹੈਗੀ ਪੌੜੀ ਉਹਦੇ ਸ਼ਲੋਕ ਮਹਲਾ ਤੀਜਾ। ਗੂਜਰੀ ਜਾਤ ਗਵਾਰ ਜਾਂ ਸੋ ਪਾਏ ਆਪਣਾ। ਕਹਿੰਦੇ ਭਾਈ ਜੇ ਨਹੀਂ ਮਾਲਕ ਪਰਮਾਤਮਾ ਆਪਣੇ ਪਤੀ ਪਰਮਾਤਮਾ ਜਿਹੜਾ ਹੈਗਾ ਉਹਦੀ ਜਿਹਨੂੰ ਆਪਣੇ ਮਾਲਕ ਦੇ ਨਾਲ ਪਤੀ ਦੇ ਨਾਲ ਜਿਹੜਾ ਹੈਗਾ ਮਿਲਾਪ ਪਤੀ ਦੇ ਨਾਲ ਮਿਲਣ ਦੀ ਪਤੀਵਰਤਾ ਜਾਂ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਸੁਹਾਗਣ ਹੋਣ ਦੀ ਜਿਹਦੇ ਅੰਦਰ ਇੱਛਾ ਹੀ ਨਹੀਂ ਹੈਗੀ, ਜਿਹਦੀ ਮਾਲਕ ਦੇ ਨਾਲ ਵਿਆਹ ਦੀ ਇੱਛਾ ਹੀ ਨਹੀਂ ਹੈਗੀ, ਜਿਹਨੇ ਮਾਇਆ ਦੇ ਨਾਲ ਹੀ ਵਿਆਹ ਕਰਾਇਆ ਹੋਇਆ ਸਾਰੀ ਉਮਰ, ਕਹਿੰਦੇ ਉਹ ਤਾਂ ਫਿਰ ਗੁਜਰੀ ਹੈਗੀ, ਗਵਾਰ ਜਾਤ ਹੈਗੀ ਉਹ ਗੁਜਰੀ ਜਾਤ ਗਵਾਰ। ਕਹਿੰਦੇ ਉਹਦੀ ਤਾਂ ਜਾਤੀ ਜਿਹੜੀ ਹੈਗੀ ਆ ਗਵਾਰ ਜਾਤ ਹੈ। ਉਹਨੂੰ ਗਿਆਨ ਨਹੀਂ ਹੈਗਾ, ਉਹਨੂੰ ਸੋਝੀ ਨਹੀਂ ਹੈਗੀ, ਉਹਨੂੰ ਸੱਚ ਔਰ ਕੱਚ ਦਾ ਫਰਕ ਨਹੀਂ ਹੈਗਾ। ਗੁਰ ਕੈ ਸ਼ਬਦ ਵਿਚਾਰ ਅਨਦਿਨ ਹਰ ਜਪ ਜਾਪਣਾ। ਕਹਿੰਦੇ ਹਾਲੇ ਵੀ ਮਨੁੱਖਾ ਜੂਨ ਹੈਗੀ ਆ ਅਤੇ ਗੁਰੂ ਦੇ ਸ਼ਬਦ ਦੇ ਦੁਆਰਾ ਗੁਰੂ ਦੀ ਮੱਤ ਦੇ ਦੁਆਰਾ ਉਹ ਭਗਤੀ ਧਿਆਨ ਸਿਮਰਨ ਉਹ ਮਾਲਕ ਪਰਮਾਤਮਾ ਆਪਣਾ ਪਤੀ ਜਿਹੜਾ ਹੈਗਾ ਉਹਦੇ ਬਾਰੇ ਵਿਚਾਰ ਕਰ ਸਕਦੀ ਹੈ ਔਰ ਉਸ ਮਾਲਕ ਨੂੰ ਯਾਦ ਕਰ ਸਕਦੀ ਹੈ। ਅਨਦਿਨ ਹਰ ਜਪ ਜਾਪਣਾ ਉਹ ਮਾਲਕ ਨੂੰ ਜਿਹੜਾ ਹੈਗਾ ਆਪਣੇ ਜੀਵਨ ਦੇ ਵਿੱਚ ਲਿਆ ਸਕਦੀ ਹੈ, ਆਪਣੇ ਜੀਵਨ ਦੇ ਵਿੱਚ ਖੁਸ਼ੀ ਔਰ ਉਚਾਈ ਲਿਆ ਸਕਦੀ। ਜਿਸ ਸਤਿਗੁਰ ਮਿਲੈ ਤਿਸ ਭਾਉ ਪਵੈ ਸਾ ਕੁਲਵੰਤੀ ਨਾਰ। ਇਹਦੇ ਵਾਸਤੇ ਕਹਿੰਦੇ ਆ ਭਾਈ ਬ੍ਰਹਮ ਗਿਆਨੀਆਂ ਨੂੰ ਬ੍ਰਹਮ ਗਿਆਨ ਨੂੰ ਲੈਣਾ ਲਾਜ਼ਮੀ ਹੈਗਾ, ਗੁਰੂ ਨੂੰ ਸਤਿਗੁਰੂ ਨੂੰ ਮਿਲਣਾ ਲਾਜ਼ਮੀ ਹੈਗਾ। ਜੇ ਸਤਿਗੁਰ ਮਿਲੇ ਤਿਸ ਭਾਉ ਪਵੇ, ਕਿਉਂਕਿ ਉਹਦੇ ਨਾਲ ਕੀ ਹੁੰਦਾ ਇਨਸਾਨ ਦੇ ਅੰਦਰ ਜਿਹੜਾ ਹੈਗਾ ਡਰ ਪੈਦਾ ਹੁੰਦਾ ਹੈ, ਉਹਦੇ ਅੰਦਰ ਅਵਗੁਣਾ ਤੋਂ ਡਰਦਾ ਹੈ। ਉਹ ਜਿਹੜਾ ਹੈਗਾ ਉਹਨੂੰ ਪਤਾ ਹੈ ਵੀ ਇਹ ਖੇਤ ਸਰੀਰ ਹੈ, ਜੋ ਵੀ ਮੈਂ ਕਰਮ ਕਰੂੰਗਾ ਮੈਨੂੰ ਉਹ ਉਲਟ ਕੇ ਮੈਨੂੰ ਉਹ ਕਰਮ ਜਿਹੜਾ ਹੈਗਾ ਮੈਨੂੰ ਉਸੇ ਦੇ ਤੀਰ ਜੋ ਮੈਂ ਚਲਾਊਂਗਾ ਉਹ ਆ ਕੇ ਮੈਨੂੰ ਹੀ ਵੱਜਣਾ ਹੈ, ਉਹਦਾ ਮੈਨੂੰ ਹੀ ਜਿਹੜਾ ਹੈਗਾ ਫਲ ਮੈਨੂੰ ਹੀ ਭੋਗਣਾ ਪੈਣਾ ਹੈ। ਜੇ ਸਤਿਗੁਰ ਮਿਲੇ ਤਿਸ ਪਾਉ ਪਵੈ ਸਾ ਕੁਲਵੰਤੀ ਨਾਰ। ਕਹਿੰਦੇ ਉਹ ਫਿਰ ਜਿਹੜੀ ਹੈਗੀ ਉਹ ਗਵਾਰ ਜਾਤ ਤੋਂ ਗੁਜਰੀ ਤੋਂ ਜਿਹੜੀ ਹੈਗੀ ਉਹ ਕੁਲਵੰਤੀ ਹੋ ਜਾਏਗੀ, ਉੱਚੀ ਜਾਤ ਵਾਲੀ ਹੋ ਜਾਏਗੀ। ਸਾ ਹੁਕਮ ਪਛਾਣੇ ਕੰਤ ਕਾ ਜਿਸਨੂੰ ਕਿਰਪਾ ਕੀਤੀ ਕਰਤਾਰ। ਆਹੀ ਕਿਰਪਾ ਹੈ ਭਾਈ ਜਿਸਨੂੰ ਗੁਰੂ ਮਿਲ ਗਿਆ, ਜਿਸਨੂੰ ਸਹੀ ਰਸਤਾ ਪਤਾ ਲੱਗ ਗਿਆ, ਜਿਹਦਾ ਪਿਆਰ ਪੈਦਾ ਹੋ ਗਿਆ ਪਰਮਾਤਮਾ ਦੇ ਨਾਲ, ਜਿਹਦਾ ਬੰਦਗੀ ਕਰਨ ਲੱਗ ਪਿਆ, ਜਿਹਨੇ ਆਹੀ ਹੁਕਮ ਹੈਗਾ, ਜਿਹਨੇ ਆਹ ਹੁਕਮ ਪਛਾਣ ਲਿਆ, ਕਹਿੰਦੇ ਉਹ ਕੁਲਵੰਤੀ ਹੈਗੀ ਭਾਈ। ਉਸ 'ਤੇ ਕਿਰਪਾ ਮਾਲਕ ਪਰਮਾਤਮਾ ਨੇ ਕਿਰਪਾ ਕਰ ਦਿੱਤੀ। ਮਾਲਕ ਨਹੀਂ ਕਹਿੰਦਾ ਭਈ ਤੂੰ ਦੁਨੀਆ ਦੇ ਵਿੱਚ ਆਇਆ, ਦੁਨੀਆ ਦੇ ਸਵਾਦ ਜਿਹੜੇ ਹੈਗੇ ਦੁਨੀਆ ਦੇ ਇਹਨਾਂ ਨੂੰ ਨਾ ਜਿਹੜਾ ਹੈਗਾ ਮਾਣ। ਮਾਲਕ ਕਹਿੰਦਾ ਹੈ ਪਿਆਰਿਆ ਮੈਨੂੰ ਵੀ ਆਪਣੇ ਜੀਵਨ ਦੇ ਵਿੱਚ ਮੇਰੇ ਨਾਲ ਵੀ ਸਾਂਝ ਪਾ ਲਾ, ਮੇਰੇ ਨਾਲ ਵੀ ਸਾਂਝ ਪਾ, ਮੇਰੇ ਨਾਲ ਵੀ ਸੱਚਾ ਪਿਆਰ ਕਰ, ਬਸ ਇੰਨੀ ਕੀ ਗੱਲ ਆ। ਔਰ ਜਦ ਆਪਾਂ ਮਾਲਕ ਦੇ ਨਾਲ ਪਿਆਰ ਪਾਉਂਦੇ ਹਾਂ, ਮਾਲਕ ਦੇ ਨਾਲ ਸਾਂਝ ਕਰਦੇ ਹਾਂ, ਆਟੋਮੈਟੀਕਲੀ ਜਿਹੜੀ ਹੈਗੀ ਇਹ ਮਾਇਆ ਦੀ ਪਕੜ ਢਿੱਲੀ ਹੋਣ ਲੱਗ ਜਾਂਦੀ। ਆਹੀ ਕਿਰਪਾ ਹੈਗੀ ਭਾਈ, ਆਹੀ ਹੁਕਮ ਪਛਾਨਣਾ ਹੈਗਾ। ਉਹ ਕੁਚੱਜੀ ਕੁਲੱਖਣੀ ਪਰ ਹਰ ਛੋਡੀ ਪਥਾਰ। ਇਹ ਕਹਿੰਦੇ ਜੇ ਨਹੀਂ ਹੁਕਮ ਪਛਾਣਿਆ ਤੇ ਫਿਰ ਜਿਹੜੀ ਹੈਗੀ ਕੁਚੱਜੀ ਕਹਿੰਦੇ ਆ ਵੀ ਜਿਹਦੇ ਚੱਜ ਚੰਗੇ ਨਾ ਹੋਣ, ਲੱਖਣ ਚੰਗੇ ਨਾ ਹੋਣ, ਜਿਹੜੀ ਪਤੀਵਰਤਾ ਨਾ ਹੋਏ, ਉਹ ਕਹਿੰਦੇ ਕੁਚੱਜੀ ਹੈਗੀ ਕੁਲੱਖਣੀ ਹੈਗੀ। ਪਰ ਹਰ ਛੋਡੀ ਪਤਾਰ, ਜਿਹੜੀ ਪਤੀਵਰਤਾ ਨਹੀਂ ਹੈ, ਪਤੀ ਨੂੰ ਛੱਡਤਾ ਉਹਨੇ ਤੇ ਪਤਾਰ ਨੇ ਵੀ ਪਾਈ ਉਹਨੂੰ ਛੱਡਿਆ ਛਡਾਈ ਹੈ। ਮਾਲਕ ਨੇ ਤਾਂ ਖੇਡ ਹੀ ਪਾਈ ਹੋਈ ਹੈ ਇਸ ਤਰ੍ਹਾਂ ਦੀ। ਹਾਂਜੀ ਵੀਰ ਜੀ, ਇੱਥੇ ਤੱਕ ਆਪਾਂ ਲੈਂਦੇ ਹਾਂ। ਇਹ ਕਾਫੀ ਵੱਡਾ ਸ਼ਲੋਕ ਹੈ। ਠੀਕ ਹੈ ਜੀ। ਦੇਖੋ ਜੀ ਉਹ ਕਹਿ ਰਹੇ ਨੇ ਕਿ ਪਹਿਲਾਂ ਤੇ ਇਹ ਸਮਝਾ ਰਹੇ ਆ ਕਿ ਕੱਲ ਤੇ ਉਹਨਾਂ ਨੇ ਇਹ ਸਮਝਾਇਆ ਕਿ ਜੇਕਰ ਪ੍ਰਮਾਤਮਾ ਨਾਲ ਤੇਰਾ ਪਿਆਰ ਹੀ ਨਹੀਂ ਪਿਆ ਤੇ ਫਿਰ ਗੱਲ ਨਹੀਂ ਬਣੀ, ਕਿਉਂਕਿ ਟਾਈਮ ਸੀ ਤੇਰੇ ਕੋਲ, ਬਹੁਤ ਲੰਮਾ ਚੌੜਾ ਟਾਈਮ ਸੀ, ਤੂੰ ਹੋਰ ਫਾਲਤੂ ਦੇ ਕੰਮ ਜ਼ਿੰਦਗੀ 'ਚ ਕੀਤੇ, ਪਰ ਮੇਨ ਕੰਮ ਜਿਹੜਾ
ਉਹ ਉਧਰ ਤੋਂ ਗਤੀ ਨਹੀਂ ਕੀਤੀ, ਉਧਰ ਪ੍ਰੋਗਰੈਸ ਹੀ ਨਹੀਂ ਹੋਈ। ਢਾਡੀ ਤੋਂ ਬਣਿਆ ਪਰ ਢਾਡੀ ਤੋਂ ਕੇਵਲ ਦਿਖਾਵਾ, ਕੇਵਲ ਦੂਜਿਆਂ ਨੂੰ ਦਿਖਾਵਾ ਕੀਤਾ ਹੈ। ਪ੍ਰੈਕਟੀਕਲ ਤੇਰੇ ਅੰਦਰ ਕੋਈ ਏਦਾਂ ਦਾ ਤਰੰਗ ਨਹੀਂ ਪੈਦਾ ਹੋਈ ਜਿਹੜੀ ਤੈਨੂੰ ਪ੍ਰਮਾਤਮਾ ਦੇ ਵੱਲ ਖਿੱਚਦੀ। ਤੋ ਇਹ ਗੱਲ ਕੱਲ ਦੀ ਸੀ। ਅੱਜ ਫੇਰ ਦੇਖੋ ਸਮਝਾ ਰਹੇ ਨੇ ਗੁਜਰੀ ਮਤਲਬ ਹੁੰਦੀ ਹੈ ਨਿੱਜਰ ਸਾਹਿਬ, ਇਹ ਗੁੱਜਰਾਂ ਦੀ ਇਜਾਜ਼ਤ ਨਹੀਂ ਹੁੰਦੀ ਜਿਹੜੇ ਗੁੱਜਰ ਵਾਲੇ ਖਾਨਾ ਬਦੋਸ਼ ਲੋਕ ਹੁੰਦੇ ਆ। ਹਾਂਜੀ ਹਾਂਜੀ ਬਿਲਕੁਲ, ਕਹਿੰਦੇ ਕਿ ਤੂੰ ਖਾਨਾ ਬਦੋਸ਼ ਹੀ ਰਹਿਣਾ ਆ, ਤੇਰਾ ਕੋਈ ਟਿਕਾਣਾ ਹੀ ਨਹੀਂ ਰਹਿਣਾ। ਤੂੰ ਆਇਆ ਦੁਨੀਆ ਦੇ ਵਿੱਚ, ਖਾਨਾ ਬਦੋਸ਼ ਤਾਂ ਆਏ ਆ ਆਪਾਂ, ਆਪਣਾ ਕਿਹੜਾ ਖਾਨਾ ਹੈਗਾ ਗੋਰਕੀ ਸਾਹਿਬ। ਹਾਂ, ਉਹ ਕਹਿੰਦੇ ਖਾਨਾ ਬਦੋਸ਼ ਜਿਹੜੀ ਜਾਤ ਹੁੰਦੀ, ਜਿਹੜੇ ਗੁੱਜਰ ਹੁੰਦੇ ਨੇ ਸਾਧ ਸੰਗਤ ਜੀ, ਇਹ ਲੋਕ ਪਤਾ ਕੀ ਕਰਦੇ, ਖਾਨਾ ਬਦੋਸ਼ ਹੁੰਦੇ ਤੇ ਇੰਗਲੈਂਡ 'ਚ ਵੀ ਹੈਗੇ, ਉਹਨੂੰ ਜਿਪਸੀ ਕਹਿੰਦੇ। ਉਹਨਾਂ ਨੇ ਕੋਈ ਘਰ ਕੋਈ ਨਹੀਂ ਬਣਾਉਣਾ, ਨਾ ਟੈਕਸ ਦੇਣੇ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਤੁਰੇ ਫਿਰਨੇ, ਨਾ ਬੱਚੇ ਪੜ੍ਹਾਉਣੇ, ਬਸ ਇੱਕ ਜ਼ਿੰਦਗੀ ਗਵਾਰ, ਮਤਲਬ ਵਧੀਆ ਨਹੀਂ ਜੀਵਨ, ਮਤਲਬ ਜੀਵਨ ਦੇ ਵਿੱਚ ਸੋਝੀ ਨਹੀਂ ਪੈਦਾ ਕਰਨੀ, ਬਸ ਇੱਕ ਬਹੁਤ ਲੋ ਲੈਵਲ ਦਾ ਜੀਵਨ ਬਤੀਤ ਕਰਨਾ। ਕਦੇ ਇਹਨਾਂ ਨੂੰ ਵੇਖੋਗੇ ਨਾ, ਭੁੱਖਾ ਨਹੀਂ ਹੈਗਾ, ਇਹ ਹੈਗੇ ਆ ਬਹੁਤ ਗੋਆ ਗਾਵਾ ਖਿਲ ਰਿਹਾ, ਉਹ ਪਸ਼ੂ ਵੀ ਉੱਥੇ ਗੰਦੀ ਜਗ੍ਹਾ ਤੇ ਬੱਧੇ, ਤੇ ਬਸ ਉਹਨਾਂ ਨੂੰ ਹਿੱਕੀ ਜਾਣਾ ਸਾਰੇ ਦਿਨ ਜਾਨਵਰਾਂ ਨੂੰ। ਤੇ ਗੁਰੂਆਂ ਨੇ ਉਦਾਹਰਨ ਦਿੱਤੀ ਹੈ ਕਿ ਬਈ ਤੂੰ ਕੀ ਕਰ ਰਿਹਾ, ਮਤਲਬ ਠੀਕ ਆ ਐ ਤੂੰ ਕੰਮ ਕਰ, ਬਟ ਤੂੰ ਕਿਉਂ ਗੁੱਜਰਾਂ ਵਾਂਗੂ ਜੀਵਨ ਬਤੀਤ ਕਰ ਰਿਹਾ? ਤੈਨੂੰ ਸੋਝੀ ਨਹੀਂ, ਤੇ ਕਰਦਾ ਕੀ ਫਿਰਦਾ? ਕੌਣ ਆ? ਇਹ ਸਵਾਲ ਤੂੰ ਕਦੋਂ ਆਪਣੇ ਆਪ ਨੂੰ ਕਰਨਾ। ਮਤਲਬ ਤੂੰ ਗੁੱਜਰਾਂ ਨੂੰ ਮਸ਼ਰੂਫ ਹੈਗਾ, ਕੰਮ ਕਰੀ ਜਾ ਰਿਹਾ, ਤੇ ਕਦੇ ਆਹ ਕੰਮ ਕਦੇ ਉਹ ਕੰਮ, ਹੋਰ ਸਾਰੇ ਪਹਿਲਾਂ ਆਪਣੀ ਜ਼ਿੰਦਗੀ ਦੀ ਤੈਨੂੰ ਟੈਨਸ਼ਨ ਸੀ ਕਿ ਮੈਂ ਆਪਣੇ ਲਈ ਕੋਈ ਇਕੱਠਾ ਕਰਾਂ, ਫਿਰ ਤੇਰੇ ਕੋਲ ਆਪਣੇ ਲਈ ਇਕੱਠਾ ਹੋਇਆ, ਫਿਰ ਤੂੰ ਗੁੱਜਰਾਂ ਵਾਂਗੂ ਫਿਰ ਤੁਰ ਪਿਆ, ਫਿਰ ਘਰਦਿਆਂ ਦੇ ਲਈ, ਬੱਚਿਆਂ ਦੇ ਲਈ, ਫਿਰ ਉਹਨਾਂ ਦੇ ਗਾਂ ਬੱਚਿਆਂ ਦੇ ਲਈ। ਤੇਰਾ ਜੀਵਨ ਕੀ ਹੈ? ਤੂੰ ਥੋੜਾ ਟਾਈਮ ਦੇ ਆਪਣੇ ਆਪ ਨੂੰ, ਆਪਣੇ ਆਪ ਤੇ ਵੀ ਇਨਵੈਸਟ ਕਰ, ਕਿ ਤਾਂ ਜੋ ਤੇਰਾ ਸੰਬੰਧ ਪ੍ਰਮਾਤਮਾ ਨਾਲ ਜੁੜੇ। ਹੈ ਬਿਨਾਂ ਟਾਈਮ ਕੱਢਿਆ ਤੁਹਾਡਾ ਸੰਬੰਧ ਕਿੱਥੋਂ ਜੁੜੂਗਾ? ਹੁਣ ਤੁਹਾਡੇ ਭੈਣ ਭਰਾ ਨੇ, ਤੁਹਾਡੇ ਰਿਸ਼ਤੇਦਾਰ ਨੇ, ਜੇਕਰ ਤੁਸੀਂ ਇਹਨਾਂ ਨੂੰ ਕਾਲ ਕੁਲ ਹੀ ਨਹੀਂ ਕਰਦੇ, ਤੁਸੀਂ ਕਹਿੰਦੇ ਕਿ ਬਈ ਡਾਲਰ ਬਣਾ ਲਾ, ਬਈ ਕਾਲ ਕਰਨ ਲਈ ਤੁਹਾਡੇ ਕੋਲ 10-20 ਮਿੰਟ ਚਾਹੀਦੇ ਆ, ਫੇਰ ਹੀ ਤੁਸੀਂ ਉਹਦੇ ਸੰਪਰਕ 'ਚ ਰਹੋਗੇ। ਰਿਸ਼ਤੇ ਤੇ ਉੱਥੇ ਹੁੰਦੇ ਜਿੱਥੇ ਮੇਲ ਮਿਲਾਪ ਹੋਵੇ ਨਾ, ਉਹਨਾਂ ਨੂੰ ਰਿਸ਼ਤੇ ਕਹਿੰਦੇ ਆ। ਤੇ ਜਿੱਥੇ ਤੁਸੀਂ 2 ਸਾਲ ਬਾਅਦ ਫੋਨ ਕਰਨਾ, ਉਹ ਫਿਰ ਰਿਸ਼ਤਾ ਕਾਹਦਾ ਹੋ ਗਿਆ? ਉਹ ਤਾਂ ਠੀਕ ਹੈ, ਫਿਰ ਉਹ ਇੱਕ ਟੈਂਪਰੇਰੀ ਰਿਲੇਸ਼ਨ ਹੈਗੀ ਆ, ਜਦੋਂ ਲੋੜ ਪੈਣੀ ਹੈ ਕੋਈ ਮਰੇ ਜੰਮੇ ਤੇ ਜਾਓ। ਬਾਕੀ ਜੇਕਰ ਰਿਸ਼ਤਾ ਹੈਗਾ ਹੈ ਤੇ ਉਹਦੇ ਵਿੱਚ ਸਰਟਨ ਟਾਈਮ ਦੇ ਵਿੱਚ ਤੁਸੀਂ ਉਹਦੇ ਨਾਲ ਗੱਲ ਕਰਨੀ ਜ਼ਰੂਰੀ ਹੈ। ਠੀਕ ਹੈ ਜੀ। ਇੱਥੇ 100 ਦੇ ਨਾਲ ਜੇ ਪਿਆਰ ਆ ਤੇ ਫਿਰ ਤੇ ਠੀਕ ਆ, ਪਰ ਜੇ ਨਹੀਂ ਪਿਆਰ ਪਿਆ ਤਾਂ ਫਿਰ ਮੁਸ਼ਕਲ ਹੈ। ਫਿਰ ਤੇ ਕਹਿੰਦੇ ਤੂੰ ਗੁੱਜਰ ਹੈਗਾ, ਗੁਆਰ ਹੈਗਾ। ਫਿਰ ਕਹਿੰਦੇ ਗੁਰ ਕੇ ਸ਼ਬਦ ਵਿਚਾਰ ਅੰਧ ਨੇ ਹਰ ਜਾਪਣਾ। ਤੇ ਹੁਣ ਵਿਚਾਰ ਸੁਣਨੀ ਆ ਆਪਾਂ, ਆਹ ਬਾਣੀ ਸੁਣਦੇ ਆ, ਹੁਣ ਤੁਸੀਂ ਸ਼ਬਦ ਸੁਣ ਕੇ ਤੇ ਜਾ ਕੇ ਰਮਾਨ ਨਾਲ ਫਿਰ ਉਸੇ ਤਰ੍ਹਾਂ ਤੁਰੇ ਫਿਰੋ, ਕੋਈ ਭਗਤੀ ਨਾ ਕਰੋ, ਫਿਰ ਵੀ ਫਾਇਦਾ ਕੁਛ ਨਹੀਂ। ਕਿਉਂਕਿ ਇੱਥੇ ਕਥਾ ਚੱਲ ਰਹੀ ਹੈ, ਤੁਹਾਡੇ ਮਨ ਨੂੰ ਜਿੱਦਾਂ ਵੇਖੋ, ਪਤਾ ਕੀ ਕਥਾ ਦਾ ਮਤਲਬ, ਕਿਉਂ ਬਾਣੀ ਬਾਰ-ਬਾਰ ਕਹਿੰਦੀ ਕਿ ਗੁਰਮੁਖਾਂ ਦੀ ਸੰਗਤ ਕਰਨੀ, ਕਿਉਂ ਬਾਰ-ਬਾਰ ਕਹਿੰਦੇ? ਉਹ ਕਹਿੰਦੇ ਕਿ ਤੇਰਾ ਮਨ ਜਿਹੜਾ ਨਾ, ਇਹ ਲੋਹੇ ਵਾਂਗੂ ਨਾ ਬੜਾ ਸਖਤ ਹੋ ਚੁੱਕਿਆ, ਇਸ ਕਰਕੇ ਜੇ ਇਹਨੂੰ ਮੋੜਨਾ ਵੀ ਆ ਤੇ ਪਹਿਲਾਂ ਇਹਨੂੰ ਗਰਮ ਕਰਨਾ ਪੈਣਾ ਹੈ, ਇਹਨੂੰ ਅੱਗ ਦਾ ਸਪਰਸ਼ ਜ਼ਰੂਰੀ ਆ। ਫਿਰ ਜਦੋਂ ਅੱਗ ਦੇ ਵਿੱਚ ਆਪਾਂ ਲੋਹੇ ਨੂੰ ਰੱਖਦੇ ਆ ਨਾ, ਤੇ ਉਹ ਫਿਰ ਗਰਮ ਹੋ ਜਾਂਦਾ ਹੈ, ਫਿਰ ਉਸਨੂੰ ਕਿਸੇ ਵੀ ਤੁਸੀਂ ਆਕਾਰ ਚ ਘੁਮਾ ਸਕਦੇ ਜੋ। ਤੇ ਜੇ ਤੁਸੀਂ ਠੰਡੇ ਲੋਹੇ ਨੂੰ ਮੋੜੋਗੇ ਤੇ ਨਿਜਰ ਸਭ ਟੁੱਟ ਜੂਗਾ, ਟੁੱਟਦਾ ਨਹੀਂ। ਗੋਰਖੀ ਸਾਹਿਬ, ਉਹ ਤਾਂ ਜਿਹੜਾ ਤੋੜਨ ਵਾਲੇ ਦਾ ਥੋੜਾ ਹੀ ਮਾਰਦਾ ਉਹਦੇ ਸਿਰ ਤੇ, ਉਹਦਾ ਥੋੜਾ ਹੀ। ਇਸੇ ਕਰਕੇ ਕਥਾ ਕਰਨ ਦਾ ਮਤਲਬ ਇਹੋ ਹੀ ਹੈ ਕਿ ਉਹ ਜਿਹੜਾ ਤੁਹਾਡਾ ਮਨ ਆ, ਉਹ ਥੋੜਾ ਟੈਂਪਰ ਹੈਗਾ ਵਾ, ਉਹਨੂੰ ਥੋੜਾ ਜਿਹਾ ਗਰਮ ਕਰੋ, ਤੇ ਕਮ ਸੇ ਕਮ ਥੋੜਾ ਉਹ ਐਡਜਸਟ ਕਰੇ। ਹੁਣ ਬਾਰ-ਬਾਰ ਕਥਾ ਬਾਣੀ ਕਹਿ ਰਹੀ ਆ, ਦੇਖੋ ਬਾਣੀ ਚ ਲਿਖਿਆ ਹੈ, ਇਹ ਕੋਈ ਆਪਣੇ ਕੋਲੋਂ ਅਸੀਂ ਗੱਪਾਂ ਨਹੀਂ ਮਾਰ ਰਹੇ, ਆ ਬਾਣੀ ਚ ਲਿਖਿਆ ਗੁਰ ਕੇ ਸ਼ਬਦ ਵਿਚਾਰ ਅਨਦਿਨ ਮਤਲਬ ਹਰ ਦਿਨ, ਹਰ ਜਾਪਣਾ, ਹਰ ਰੋਜ਼ ਭਗਤੀ ਵੀ ਕਰੋ, ਕਥਾ ਵੀ ਸੁਣੋ। ਕਥਾ ਸੁਣਨ ਦੇ ਨਾਲ ਵੇਖੋ ਤੁਹਾਡੇ ਜੀਵਨ ਚ ਉਚਾਈ ਆ ਰਹੀ ਆ, ਤੇ ਫਿਰ ਤੇ ਬਹੁਤ ਵਧੀਆ, ਫਿਰ ਤੇ ਪ੍ਰਮਾਤਮਾ ਨਾਲ ਪਿਆਰ ਆ। ਤੇ ਜੇ ਮਤਲਬ ਉਚਾਈ ਨਹੀਂ ਆ ਰਹੀ, ਤੁਸੀਂ ਉਸੇ ਤਰ੍ਹਾਂ ਮਾੜੇ ਕਰਮਾਂ ਚ ਤੁਰੇ ਫਿਰਦੇ ਜੋ, ਤੇ ਫਿਰ ਤੇ ਬਈ ਉਹ ਤੇ ਫਿਰ ਤੇ ਗੱਲ ਨੀ ਨਾ ਬਣੀ, ਫਿਰ ਕੋਈ ਪਿਆਰ ਵਾਲੀ ਗੱਲ ਨੀ ਹੈ ਨਾ, ਉਹ ਵੱਖਰੀ ਗੱਲ ਹੈ। ਉਹ ਫਿਰ ਕੰਨਾਂ ਦਾ ਰਸ ਹੈ। ਬੋਲ
ਕੰਨਾਂ ਦਾ ਰਸ ਆ ਗੁਰ ਕੀ ਸਾਹਿਬ, ਉਹਦੇ ਨਾਲ ਜਿਹੜਾ ਹੈਗਾ ਮਾਲਕ ਕੁਚੱਜੀ ਤੇ ਕੁਲੱਖਣੀ ਰਹਿਣੀ ਆ ਆਪਾਂ ਨੇ, ਔਰ ਆਪਾਂ ਮਾਲਕ ਨੂੰ ਛੱਡ ਦਿੰਦੇ ਆ ਤੇ ਮਾਲਕ ਵੀ ਆਪਾਂ ਨੂੰ ਛੱਡ ਦਿੰਦਾ ਹੈ। ਮਾਲਕ ਵੀ ਨਹੀਂ ਫਿਰ ਮੁਸ਼ਕਲ ਹੋ ਜਾਏਗੀ। ਹਾਂ ਹਾਂਜੀ, ਅਗਲੇ ਬੰਨੇ ਬੋਲੋ ਨਿਜਰ ਸਾਹਿਬ। ਭੈ ਪਏ ਮਲ ਕਟੀਏ ਨਿਰਮਲ ਹੋਵੇ ਸਰੀਰ। ਬਸ ਭੈ ਜਿਹੜਾ ਹੈਗਾ ਆਪਾਂ ਨੂੰ ਉਹ ਮਾਲਕ ਪਰਮਾਤਮਾ ਦਾ, ਜਿਵੇਂ ਪਿਓ ਹੁੰਦਾ ਹੈ, ਪਿਓ ਦਾ ਭੈ ਹੁੰਦਾ, ਬੱਚੇ ਨੂੰ ਪਿਓ ਨਾਲ ਪਿਆਰ ਵੀ ਹੁੰਦਾ, ਪਿਓ ਦਾ ਭੈ ਵੀ ਹੁੰਦਾ ਬੱਚੇ ਨੂੰ, ਵੀ ਮੈਂ ਗਲਤ ਕੰਮ ਕਰੂੰ। ਨਿਜਰ ਸਾਹਿਬ ਉਤਲੀ ਤੁਕ ਰਹਿ ਗਈ ਜੀ। ਜਿਸ ਸਤਿਗੁਰ ਮਿਲੇ ਤਿਸ ਭਾਉ, ਤਿਸ ਭਾਉ ਪਵੈ ਸਾ ਕੁਲਵੰਤੀ ਨਾਰ। ਜਿਹਨੂੰ ਗਿਆਨ ਮਿਲ ਗਿਆ, ਜਿਹਨੂੰ ਬ੍ਰਹਮ ਗਿਆਨੀਆਂ ਦਾ ਸੰਗਤ ਮਿਲ ਗਈ ਤੇ ਉਹਨੂੰ ਡਰ ਪੈਦਾ ਹੋ ਜਾਏਗਾ। ਆ ਵੀ ਉਹੀ ਹੈ, ਭੈ ਪਏ ਮਲ ਕੱਟੀਏ, ਡਰ ਪੈਦਾ ਹੋ ਗਿਆ ਤਾਂ ਹੀ ਮੈਲ ਕੱਟੀ ਜਾਏਗੀ ਭਾਈ। ਜਿਹਨੂੰ ਡਰ ਹੀ ਨਹੀਂ ਹੈਗਾ ਉਹਨੂੰ ਕੀ ਲੋੜ ਆ ਭਗਤੀ ਕਰਨ ਦੀ, ਉਹ ਕਿਵੇਂ ਭਗਤੀ ਕਰੂਗਾ। ਤੇ ਜਿਹਨੂੰ ਡਰ ਹੋ ਗਿਆ ਮਾਲਕ ਦਾ ਤੇ ਉਹ ਜਿਹੜਾ ਹੈਗਾ ਚੰਗੇ ਕੁਲ ਵਾਲੀ ਹੋ ਗਈ, ਗੁਜਰੀ ਜਾਤ ਤੋਂ ਜਿਹੜੀ ਸੋਹਣੀ ਜਾਤ ਵਾਲੀ ਹੋ ਗਈ, ਕੁਲਵੰਤੀ ਨਾਰ ਹੋ ਗਈ ਉਹ, ਕਿਉਂਕਿ ਉਸਨੇ ਨਾਨਕ ਸਾਹ ਹੁਕਮ ਪਛਾਣੇ ਕੰਤ ਕਾ, ਜਿਸ ਨੂੰ ਕਿਰਪਾ ਕੀਤੀ ਕਰਤਾਰ, ਉਸ ਤੇ ਕਿਰਪਾ ਹੋ ਗਈ ਮਾਲਕ ਪਰਮਾਤਮਾ ਦੀ ਪਾਏ, ਉਹਨੇ ਹੁਕਮ ਪਛਾਣ ਲਿਆ ਉਸ ਮਾਲਕ ਪਰਮਾਤਮਾ ਦਾ। ਹਾਂਜੀ ਵੀਰ ਜੀ। ਹਾਂਜੀ, ਇੱਕ ਤੇ ਡਰ ਹੁੰਦਾ ਨਾ, ਆਪਾਂ ਡਰ ਦੇ ਕਰਕੇ ਕੰਮ ਕਰਦੇ। ਕੰਪਨੀ 'ਚ ਤੁਸੀਂ ਕੰਮ ਕਰੋ, ਤੁਹਾਨੂੰ ਡਰ ਹੈ ਕਿ ਸਾਡੀ ਨੌਕਰੀ ਨਾ ਚੱਲ ਜੇ, ਤੁਸੀਂ ਡਰਦੇ ਕੰਮ ਕਰਦੇ, ਠੀਕ ਹੈ। ਇੱਕ ਪ੍ਰਮਾਤਮਾ ਦਾ ਡਰ ਨਹੀਂ ਕਿਹਾ, ਉਹਨਾਂ ਭੈ ਵਰਤਿਆ। ਭੈ ਦਾ ਮਤਲਬ ਪਿਆਰ ਦੇ ਨਾਲ ਉਹਦੀ ਪ੍ਰੈਸੈਂਸ ਨੂੰ, ਉਹਦੀ ਮੌਜੂਦਗੀ ਨੂੰ ਅਨੁਭਵ ਕਰਨਾ ਕਿ ਪ੍ਰਮਾਤਮਾ ਜਿਹੜਾ ਹੈਗਾ ਉਹ ਦੇਖ ਰਿਹਾ। ਔਰ ਇਹ ਗੱਲ ਦਾ ਪਤਾ ਕਦੋਂ ਲੱਗਦਾ ਹੈ? ਜਦੋਂ ਆਪਾਂ ਸੰਗਤ ਕਰਦੇ ਹਾਂ। ਸੰਗਤ ਤੇ ਕਹਿੰਦੀ ਹੈ ਕਿ ਪ੍ਰਮਾਤਮਾ ਹਮੇਸ਼ਾ ਹੀ ਤੈਨੂੰ ਦੇਖਦਾ ਪਿਆ, ਤੇਰੀ ਆਤਮਾ ਤੇਰੇ ਅੰਦਰ ਜਿਹੜਾ ਤੇਰਾ ਸਾਕਸ਼ੀ ਹੈ ਉਹ ਤੇਰੇ ਇੱਕ ਇੱਕ ਕਰਮ ਨੂੰ ਦੇਖ ਰਹੀ ਹੈ। ਤੇ ਜਦੋਂ ਤੈਨੂੰ ਇੰਨਾ ਪਤਾ ਲੱਗ ਗਿਆ ਕਿ ਮੇਰੇ ਕਰਮਾਂ ਨੂੰ ਮੇਰੀ ਆਤਮਾ ਦੇਖਦੀ ਹੈ, ਤੇ ਨੈਚੁਰਲੀ ਤੁਹਾਡੇ ਕੰਮ ਦੇ ਵਿੱਚ ਨਾ ਇੰਪਰੂਵਮੈਂਟ ਆਏਗੀ। ਜਦੋਂ ਤੁਹਾਨੂੰ ਕੋਈ ਨਹੀਂ ਵੇਂਦਾ, ਤੁਸੀਂ ਬੇਪਰਵਾਹ ਹੋ ਜਾਂਦੇ ਜੀ, ਲਾਪਰਵਾਹ ਵੀ ਹੋ ਜਾਂਦੇ ਜੀ। ਤੇ ਪਰ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਕੋਈ ਚੀਜ਼ ਮੈਨੂੰ ਦੇਖ ਰਹੀ ਹੈ, ਫਿਰ ਤੁਸੀਂ ਥੋੜਾ ਜਿਹਾ ਨਾ ਤਹਿਜੀਬ ਚ ਆ ਜਾਂਦੇ, ਠੀਕ ਹੈ। ਤੇ ਫਿਰ ਕਹਿੰਦੇ ਕੁਲਵੰਤੀ ਨਾਰ ਹੈ ਜੀ, ਚੰਗੀ ਨਾਰ ਹੈ, ਚੰਗੀ ਇਸਤਰੀ ਹੈ, ਜੀਵ ਰੂਪੀ ਇਸਤਰੀ ਜਿਹੜੀ ਪ੍ਰਮਾਤਮਾ ਦੇ ਭੈ ਵਿੱਚ ਆਪਣਾ ਜੀਵਨ ਬਤੀਤ ਕਰਦੀ ਹੈ। ਔਰ ਕਹਿੰਦੇ ਕਿ ਸਤਿਗੁਰੂ ਤੋਂ ਸੰਗਤ ਤੋਂ ਬਿਨਾਂ ਕਹਿੰਦੇ ਤੇਰੇ ਅੰਦਰ ਭੈ ਨਹੀਂ ਉਪਜਣਾ, ਕਿਉਂਕਿ ਬੰਦਾ ਸੋਚਦਾ ਥੋੜੀ ਕਿ ਰੱਬ ਹੈਗਾ ਇੱਥੇ, ਇਹ ਤੇ ਸੰਗਤ ਚ ਤੇ ਰੌਲਾ ਪੈਂਦਾ ਵਾ। ਗੁਰੂ ਬਾਣੀ ਚ ਇਹੋ ਤੇ ਕਿਹਾ ਗਿਆ ਬਾਰ-ਬਾਰ ਕਿ ਤੂੰ ਬੇਹੋਸ਼ਾਂ ਵਾਂਗੂ ਆਪਣਾ ਜੀਵਨ ਬਤੀਤ ਕਰ ਰਿਹਾ, ਗੁੱਜਰਾਂ ਦੇ ਵਾਂਗੂ ਜੀਵਨ ਬਤੀਤ ਕਰ ਰਿਹਾ, ਬਟ ਤੇਰੇ ਜੀਵਨ ਚ ਆਊਟਪੁੱਟ ਨਹੀਂ ਨਿਕਲਣਾ ਜਿੱਦਾਂ ਜੀਵਨ ਬਤੀਤ ਕਰਨਾ। ਹਾਂਜੀ ਨਿਜਰ ਸਾਹਿਬ, ਇਹ ਜਿਹੜਾ ਨਾ ਭਾਉ ਵਰਡ ਹੈ ਨਾ, ਇਹ ਟਿਪੀਕਲ ਵਰਡ ਹੈਗਾ। ਭਾਉ ਮਤਲਬ ਜਿਹੜਾ ਹੈਗਾ ਇਹ ਗੁਰਬਾਣੀ ਦਾ, ਜਿਹੜਾ ਗੁਰਬਾਣੀ ਦੀ ਡਿਕਸ਼ਨਰੀ ਦੇ ਵਿੱਚ ਇਹ ਭਾਉ ਵਰਡ ਦਾ ਮਤਲਬ ਜਿਹੜਾ ਹੈਗਾ ਡਰ ਵੀ ਹੈਗਾ, ਨਾਲ ਨਾਲ ਇਹਦਾ ਮਤਲਬ ਹੈਗਾ ਖਿੱਚ। ਡਰ ਤੇ ਖਿੱਚ ਕਿਵੇਂ? ਕਹਿੰਦੇ ਉਹ ਤਾਂ ਯਾਰ ਆਪਣੀ ਘਰ ਵਾਲੀ ਦੇ ਜਿਹੜੇ ਦੁਆਲੇ ਜਿਹੜਾ ਲੱਟੂ ਵਾਂਗੂ ਭੌਂ ਜਾਂਦਾ ਹੈ। ਭਾਉ ਦਾ ਮਤਲਬ ਭੌਣਾ। ਇਹਦੇ ਨਾਲ ਨਾ ਇੱਕ ਅਦਬ ਦਾ ਵਰਡ ਜੁੜਿਆ ਹੋਇਆ, ਇਹਦੇ ਅੰਦਰ ਛੁਪਿਆ ਹੋਇਆ। ਅਦਬ ਨਹੀਂ, ਖਿੱਚ ਹੈਗੀ ਇਹਦੇ ਅੰਦਰ, ਖਿੱਚ। ਹਾਂ, ਜਿਵੇਂ ਜਿਹਨੇ ਬਾਣੀ ਚਾਹੁੰਦਾ, ਲਾਟੂ ਮਾਧਾਣੀਆਂ ਅਨਗਾ ਪੰਖੀ ਭੌਂਦਿਆਂ ਲੈਣ ਨਾ ਸਾਹ, ਸੂਏ ਚਾੜ ਭਵਾਈਏ ਜੰਤ, ਨਾਨਕ ਭੌਂਦਿਆਂ ਗਣਤ ਨਾ ਅੰਤ। ਭੌਣਾ ਮਤਲਬ ਜਿਹੜਾ ਜਿਹਨੂੰ ਪਿਆਰ ਪੈਦਾ ਹੋ ਗਿਆ, ਜਿਹੜੇ ਪੈ ਤੋਂ ਇਹ ਭੌ ਦਾ ਮਤਲਬ ਡਰ ਤੇ ਪਿਆਰ। ਵੀਰ ਜੀ, ਹਾਂਜੀ, ਇਹਦਾ ਇਹ ਵੀ ਹੈ ਜੀ, ਜਿਵੇਂ ਭੌ ਵਿੱਚ ਸੂਰਜ, ਭੌ ਵਿੱਚ ਚੰਦ, ਭੌ ਵਿੱਚ ਧਰਤੀ ਭਾਰ। ਹਾਂ, ਮਤਲਬ ਜਿਵੇਂ ਨਾਨਕ ਨਿਰੰਭਉ ਨਿਰੰਕਾਰ, ਸੱਚਾ ਇੱਕੋ ਹੀ ਆ ਜਿਹੜਾ ਭੌ ਤੋਂ ਰਹਿਤ ਨਿਰਭਉ। ਇਹਦਾ ਮਤਲਬ ਇੱਕੋ ਹੋਰ ਅਸੀਂ ਇਸ ਤਰ੍ਹਾਂ ਲਈਏ ਜੀ, ਉਹਦੇ ਨਾਲ ਵੀ ਸਮਝ ਆ ਜਾਂਦਾ ਕਿ ਹੁਕਮ ਮਤਲਬ ਹੁਕਮ ਦੇ ਅਧੀਨ, ਕਿ ਭੈ ਵਿੱਚ ਆ ਗਿਆ, ਪ੍ਰਮਾਤਮਾ ਦਾ ਹੁਕਮ ਮੰਨਣ ਲੱਗ ਗਿਆ, ਹੁਕਮ ਦੇ ਅਧੀਨ ਹੋ ਗਿਆ, ਜਾਨੀ ਉਹਨੇ ਹੁਕਮ ਪਛਾਣ ਲਿਆ। ਅਧੀਨਗੀ ਮਤਲਬ ਐਕਸੈਪਟ ਕਰ ਲਈ, ਬਿਲਕੁਲ ਹੁਕਮ ਪਛਾਣ ਲਿਆ ਉਹਦਾ ਹੁਕਮ। ਹਾਂ, ਤੇ ਪਹਿਲਾਂ ਉਹ ਅਸੀਂ ਉਹਦਾ ਹੁਕਮ ਨੂੰ ਪਛਾਣਦੇ ਨਹੀਂ, ਹੁਕਮ 'ਚ ਰਹਿੰਦੇ ਨਹੀਂ, ਅਸੀਂ ਆਪਦੀ ਮੱਤ ਵਰਤਦੇ ਹਾਂ। ਮਤਲਬ ਬਾਕੀ ਸਾਰਾ ਕੁਛ ਹੀ ਉਹਦੇ ਭੈ ਵਿੱਚ ਹੈ, ਜਾਨੀ ਸਾਰੇ ਉਹਦਾ ਹੁਕਮ ਮੰਨਦੇ ਆ, ਅਧੀਨਗੀ ਮੰਨਦੇ ਆ ਜੀ, ਜਿਹੜਾ ਬਾਣੀ ਦੱਸਿਆ।
ਇੱਕ ਜਿਹੜਾ ਪ੍ਰਮਾਤਮਾ ਉਹਦੇ ਤੇ ਕਿਸੇ ਦਾ ਹੁਕਮ ਨਹੀਂ ਚੱਲਦਾ ਜੀ। ਤੇ ਡਰ ਵੀ ਮਤਲਬ ਉਸੇ ਤਰ੍ਹਾਂ ਹੀ ਹੈ ਜੀ। ਤੇ ਨਿਰਮਲ ਭਾਵ ਵੀ ਇਸ ਨੂੰ ਕਹਿ ਦਿੰਦੇ ਆ ਜੀ, ਜਿਵੇਂ ਆਦਮ ਦੀ ਗੱਲ ਕਰਦੇ ਹੋ ਤੁਸੀਂ। ਹਾਂਜੀ ਹਾਂਜੀ, ਬਸ ਹੁਕਮ ਜਿਹਨੂੰ ਡਰ ਹੈਗਾ ਤੇ ਉਹ ਹੁਕਮ ਵੀ ਪਛਾਣੂਗਾ ਭਾਈ, ਉਹ ਹੁਕਮ ਪਛਾਣੂਗਾ ਜਿਹਨੂੰ ਡਰ ਹੈਗਾ। ਡਰ ਦਾ ਮਤਲਬ ਉਹੀ ਆ ਨਾ ਜੀ, ਉਹਨੇ ਮਤਲਬ ਹਾਂ ਵੀ ਉਹਦਾ ਮੈਥੇ ਤੇ ਹੁਕਮ ਚੱਲਦਾ, ਮੈਂ ਅਧੀਨ ਆ ਉਹਦੇ। ਬਸ ਆਪਾਂ ਨੂੰ ਵੀ ਤਾਂ ਡਰ ਹੁੰਦਾ ਹੈ ਨਾ, ਫੈਕਟਰੀ ਵਗੈਰਾ ਜਿੱਥੇ ਕੰਮ ਕਰਦੇ ਆ ਆਪਾਂ, ਆਪਣੇ ਬੌਸ ਦਾ ਡਰ ਹੁੰਦਾ ਹੈ, ਤੇ ਤਾਂ ਹੀ ਆਪਾਂ ਜਿਹੜੇ ਹੈਗੇ ਉੱਥੇ ਪੂਰਾ ਜਿਹੜਾ ਹੈਗਾ ਆਪਣੇ ਮਤਲਬ ਪੂਰਾ ਦਿਲ ਦੇ ਨਾਲ ਜਿਹੜਾ ਹੈਗਾ ਆਪਾਂ ਵਜਾਉਂਦੇ ਹਾਂ ਹੁਕਮ ਨੂੰ। ਤੇ ਇਸ ਤਰ੍ਹਾਂ ਜਿਹੜਾ ਵੀ ਡਰ ਹੈ ਇੱਥੇ ਜਿਹੜਾ ਹੈਗਾ ਮਾਲਕ ਦਾ ਹੁਕਮ, ਇੱਥੇ ਡਰ ਜਿਹੜਾ ਹੈਗਾ ਉਹ ਫੈਕਟਰੀ ਵਾਲਾ ਡਰ ਨਹੀਂ ਹੈ, ਇੱਥੇ ਪਿਆਰ ਵੀ ਹੈਗਾ ਤੇ ਮਾਲਕ ਦਾ ਡਰ ਵੀ ਹੈਗਾ। ਬਸ ਇੰਨੀ ਕੀ ਗੱਲ ਹੈ। ਜਦੋਂ ਦਾਸ ਬਣ ਜਾਂਦਾ ਮਤਲਬ ਫਿਰ ਉਹ ਡਰਦਾ ਨਹੀਂ ਹੈ ਜੀ, ਉਹ ਦੀਨਗੀ ਮੰਨਦਾ ਉਹਦੀ, ਉਹਨੂੰ ਡਰ ਨਹੀਂ ਰਹਿੰਦਾ ਜੀ। ਪ੍ਰਮਾਤਮਾ ਨਾਲ ਇੱਕਮਿੱਕੀ ਹੋ ਜਾਂਦਾ ਜਦੋਂ ਦਾਸ। ਬਿਲਕੁਲ ਸਹੀ ਹੈ ਜੀ। ਹਾਂਜੀ ਗੋਰਖੀ ਸਾਹਿਬ। ਹਾਂਜੀ ਬਹੁਤ ਵਧੀਆ ਜੀ, ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ। ਦੇਖੋ ਪਤਾ ਕੀ ਹੈ ਕਿ ਕੋਸ਼ਿਸ਼ ਕਰਨਾ ਇਹੋ ਤੇ ਜ਼ਿੰਦਗੀ ਹੈ। ਦੇਖੋ ਇੱਥੇ ਕੋਈ ਫਿਕਸ ਨਹੀਂ ਹੈਗਾ ਕਿ ਸਾਡੀ ਬੁੱਧੀ ਪਕੜ ਕਰੇ, ਕਿਉਂਕਿ ਅੱਖਰਾਂ ਦੀ ਗਹਿਰਾਈ ਬੜੀ ਹੈ। ਬਿਲਕੁਲ ਸਹੀ। ਭਾਵ ਦਾ ਮਤਲਬ ਇਹ ਹੁੰਦਾ ਹੈ ਕਿ ਮੈਂ ਵੀ ਕੋਸ਼ਿਸ਼ ਕਰਦਾ ਥੋੜਾ ਬਹੁਤਾ। ਇੱਕ ਤੇ ਹੁੰਦਾ ਡਰ, ਮਤਲਬ ਤੁਸੀਂ ਨਾ ਟ੍ਰੈਫਿਕ ਦੇ ਨਿਯਮ, ਸੜਕ ਦੇ ਨਿਯਮ ਤੁਸੀਂ ਫੋਲੋ ਕਰਦੇ, ਤੁਹਾਨੂੰ ਡਰ ਹੈ ਕਿ ਫਾਈਨ ਨਾ ਪੈ ਜਾਏ ਮੈਨੂੰ, ਹਨਾ, ਮੈਂ ਫੜਿਆ ਨਾ ਜਾਵਾਂ। ਭਾਵ ਦਾ ਮਤਲਬ ਹੁੰਦਾ ਹੈ ਕਿ ਇੱਕ ਪਤਨੀ ਨੂੰ ਆਪਣੇ ਪਤੀ ਦਾ ਭਾਵ ਹੁੰਦਾ। ਉੱਥੇ ਕਾਨੂੰਨ ਤੇ ਕੁਛ ਨਹੀਂ ਹੈਗਾ। ਹੁਣ ਉਹਨੇ ਪਤੀ ਆ ਰਿਹਾ, ਉਹ ਪਿਆਰ ਵੀ ਹੈਗਾ ਹੈ, ਉਹਨੂੰ ਰੋਟੀ ਵੀ ਬਣਾਉਣੀ ਹੈ ਉਹਦੇ ਲਈ, ਫਿਰ ਉਹਨੂੰ ਭਾਵ ਵੀ ਹੈਗਾ ਹੈ ਕਿ ਹਾਂ ਜੇ ਮਤਲਬ ਉਹ ਉਹਦੇ ਨਿਯਮ 'ਚ ਰਹਿਣਾ ਚਾਹੁੰਦੀ ਹੈ। ਉਹ ਕਹਿੰਦੀ ਹੈ ਕਿ ਜਿੱਦਾਂ ਮੇਰਾ ਪਤੀ ਆ, ਉਹ ਮੈਂ ਏਦਾਂ ਦਾ ਕੋਈ ਕੰਮ ਨਾ ਕਰਾਂ ਜਿਹਦੇ ਕਰਕੇ ਉਹ ਮੇਰੇ ਤੋਂ ਦੂਰ ਹੋ ਜੇ, ਮੈਂ ਕੋਈ ਏਦਾਂ ਦਾ ਕੰਮ ਨਾ ਕਰਾਂ ਜਿਹਦੇ ਕਰਕੇ ਮੇਰੀ ਤੇ ਉਹਦੇ ਵਿੱਚ ਗੈਪ ਪੈ ਜਾਏ। ਆਪਾਂ ਦੇਖੋ ਰਿਸ਼ਤੇਦਾਰੀਆਂ ਕਿੱਥੋਂ ਟੁੱਟਦੀਆਂ ਨੇ, ਜਦੋਂ ਆਪਾਂ ਕੁਝ ਏਦਾਂ ਦੇ ਕੰਮ ਕਰਦੇ ਆ ਕਿ ਉਹ ਇੱਕ ਦੂਜੇ ਨੂੰ ਪਸੰਦ ਨਹੀਂ ਹੁੰਦੇ, ਫਿਰ ਹੌਲੀ ਹੌਲੀ ਕਰਕੇ ਫਿਰ ਰਿਸ਼ਤੇ ਟੁੱਟ ਜਾਂਦੇ ਆ। ਤੇ ਜਦੋਂ ਆਪਾਂ ਇੱਕ ਦੂਜੇ ਦੀ ਜਿਹੜੀ ਲਿਮਟ ਵੇਖਦੇ ਆ, ਇੱਕ ਦੂਜੇ ਦਾ ਵੇਖਦੇ ਆ ਕਿ ਉਹ ਕੋਈ ਏਦਾਂ ਦਾ ਕੰਮ ਨਹੀਂ ਕਰਨਾ ਕਿ ਜਿਹਦੇ ਕਰਕੇ ਸਾਡਾ ਪਿਆਰ 'ਚ ਕੋਈ ਨੁਕਸਾਨ ਹੋਵੇ, ਸਾਡਾ ਪਿਆਰ ਟੁੱਟ ਜੇ। ਪਰਮਾਤਮਾ ਦੇਖੋ, ਪਰਮਾਤਮਾ ਦੇ ਭਾਵ ਉਹਦਾ ਡਰ ਨਹੀਂ ਸਾਨੂੰ, ਜਿਹੜਾ ਡਰਨਾ ਨਾ ਪਰਮਾਤਮਾ ਤੋਂ ਡਰਨਾ, ਕਈ ਕਹਿੰਦੇ ਨਾ ਕਿ ਉਹ ਤੇ ਲੋਕ ਕਹਿੰਦੇ ਕਿ ਤੈਨੂੰ ਨਰਕ 'ਚ ਭੇਜ ਦੂ ਪਰਮਾਤਮਾ, ਉਹ ਤੇ ਡਰ ਹੋ ਗਿਆ। ਆਪਾਂ ਡਰਦਿਆਂ ਭਗਤੀ ਨਹੀਂ ਕਰਨੀ, ਆਪਾਂ ਭਾਵ ਦਾ ਮਤਲਬ ਕਿ ਹੁਣ ਇੱਥੇ ਕੋਈ ਵੀ ਨਹੀਂ ਹੈਗਾ, ਹੁਣ ਮੈਂ ਇਕੱਲਾ ਬੈਠਾ, ਉੱਥੇ ਵੀ ਮੈਂ ਉਸ ਪਰਮਾਤਮਾ ਦੀ ਮਤਲਬ ਨਿਗਰਾਨੀ ਦੇ ਵਿੱਚ ਹੈਗਾ। ਇਹੋ ਮੇਰਾ ਭਾਵ ਆ ਕਿ ਮੈਂ ਮਤਲਬ ਡਰਦਾ ਨਹੀਂ ਪਿਆ, ਪਰ ਮੈਂ ਇਹ ਮਹਿਸੂਸ ਕਰਦਾ ਕਿ ਪਰਮਾਤਮਾ ਮੈਨੂੰ ਦੇਖ ਰਿਹਾ, ਉਹ ਮੈਨੂੰ ਦੇਖਦਾ ਹੈ, ਮੇਰੇ ਅੰਦਰ ਹੈਗਾ, ਭਾਵੇਂ ਮੇਰੇ ਲਾਗੇ ਕੋਈ ਵੀ ਨਹੀਂ ਹੈਗਾ। ਤੇ ਫਿਰ ਜਦੋਂ ਇਹ ਹੋਂਦ ਰੱਖ ਕੇ ਮੈਂ ਆਪਣਾ ਜੀਵਨ ਬਤੀਤ ਕਰਦਾ ਨਾ, ਤੇ ਤੁਹਾਡਾ ਜੀਵਨ ਆਟੋਮੈਟਿਕਲੀ ਉੱਚਾ ਹੋ ਜਾਣਾ। ਪਰ ਜਦੋਂ ਤੁਹਾਨੂੰ ਪਰਵਾਹ ਹੀ ਨਹੀਂ, ਹੁਣ ਏਦਾਂ ਵੇਖੋ, ਹੁਣ ਘਰ ਦੇ ਵਿੱਚ ਕਈ ਹੁੰਦੇ ਨੇ, ਹੁਣ ਮੰਨ ਲਓ ਹਸਬੈਂਡ ਬਾਹਰ ਚਲ ਗਿਆ ਤੇ ਮੈਡਮ ਪਰਵਾਹ ਨਾ ਕਰੇ, ਜੋ ਮਰਜ਼ੀ ਕਰੇ, ਤੇ ਫਿਰ ਤੇ ਉਹ ਭਾਵ ਤੇ ਨਾ ਹੋਇਆ, ਫਿਰ ਤੇ ਉਹ ਠੀਕ ਉਹਨੂੰ, ਉਹ ਜਦੋਂ ਆਊਗਾ ਉਦੋਂ ਡਰਦੀ, ਉਦੋਂ ਸਾਹਮਣੇ ਉਹਨੂੰ ਡਰ ਹੋਣਾ ਵਾ, ਉਦੋਂ ਕਰੀ ਜਾਊਗੀ। ਤੇ ਜਦੋਂ ਉਹ ਬੰਦਾ ਘਰੋਂ ਦੂਰ ਚਲ ਗਿਆ, ਜਾਂ ਮਰਦ ਅੱਗੇ ਪਿੱਛੇ ਹੋ ਗਿਆ ਤੇ ਔਰਤ ਨੇ ਜੋ ਕੀਤਾ, ਜਾਂ ਫਿਰ ਔਰਤ ਅੱਗੇ ਪਿੱਛੇ ਹੋ ਗਈ ਤੇ ਮਰਦ ਨੇ ਜੋ ਵੀ ਕੀਤਾ, ਉਹ ਤੇ ਫਿਰ ਸਾਹਮਣੇ ਤੇ ਡਰਦੇ ਕੁਝ ਕਰਦੇ ਜੋ, ਪਰ ਜਦੋਂ ਬੰਦਾ ਉੱਥੇ ਹੈ ਹੀ ਨਹੀਂ, ਫਿਰ ਉਹ ਜਿਹੜਾ ਵਾ ਉਹ ਫਿਰ ਉੱਥੇ ਤੁਹਾਡਾ ਪਿਆਰ ਹੋਣਾ ਚਾਹੀਦਾ ਹੈ। ਭਾਵ ਦਾ ਮਤਲਬ ਤੁਹਾਡਾ ਅਟੈਚਮੈਂਟ, ਕਿ ਤੁਸੀਂ ਉਸ ਰਿਸ਼ਤੇ ਦੀ ਵੈਲਿਊ ਕਰੋ ਕਿ ਇਹ ਰਿਸ਼ਤਾ ਬਹੁਤ ਕੀਮਤੀ ਹੈ, ਇਹ ਖਰਾਬ ਨਾ ਹੋਵੇ। ਇਸ ਕਰਕੇ ਉਹਨੂੰ ਬਚਾ ਕੇ ਰੱਖਣਾ। ਰਿਸ਼ਤੇ ਜਿੱਦਾਂ ਹੁੰਦੇ ਨਾ, ਰਿਸ਼ਤੇ ਵੀ ਬੜੇ ਧਾਗਿਆਂ ਵਾਂਗੂ ਕੱਚੇ ਹੁੰਦੇ ਆ, ਉਹ ਟੁੱਟ ਜਾਂਦੇ ਆ ਜੇ ਬਿਲਕੁਲ ਦੀ ਵੱਡੀ ਜਾਓ। ਪਰ ਕਈ ਬੰਦੇ ਏਦਾਂ ਕਰਦੇ ਆ ਕਿ ਕਰਦੀ ਫੜ ਲਿਆਉਂਦੇ ਆ, ਉਹ ਜਰਾ ਦੂਜਾ ਜੋੜਦਾ ਰਹਿੰਦਾ ਤੇ ਉਹ ਹੁਣ ਇੱਕ ਕਵੇ ਕਿ ਮੈਂ ਵੱਢ ਕੇ ਛੱਡਣਾ, ਹੁਣ ਵੱਢ ਹੀ ਦੇਣਾ ਵਾ, ਤੇ ਫਿਰ ਉਹ ਵੱਡੇ ਹੀ ਜਾਣਾ। ਇਸੇ ਤਰ੍ਹਾਂ ਪ੍ਰਮਾਤਮਾ ਦੇ ਨਾਲ ਵੀ ਜਿਹੜਾ ਰਿਸ਼ਤਾ ਤੁਸੀਂ ਬਣਾ ਕੇ ਰੱਖਣਾ, ਔਰ ਉਹ ਬਣਾ ਕੇ ਰੱਖਣ ਦਾ ਤਰੀਕਾ ਪਤਾ ਕੀ ਹੈ ਕਿ ਭਗਤੀ। ਦੇਖੋ ਇੱਕ ਚੀਜ਼ ਨੂੰ ਆਪ ਸਮਝੋ, ਸਾਧ ਸੰਗਤ ਜੀ, ਜਿਹੜੀ ਇੱਕ ਚੀਜ਼ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਹਾਂ, ਜਿਹੜਾ ਤੁਹਾਡਾ ਚਿੱਤ ਹੈ ਨਾ,
ਉਹਨੇ ਉਹਨਾਂ ਚਿਰ ਤੱਕ ਸ਼ਾਂਤ ਨਹੀਂ ਹੋਣਾ ਜਿੰਨਾ ਚਿਰ ਤੱਕ ਤੁਸੀਂ ਮਤਲਬ ਨਿਰਵਿਚਾਰ ਅਵਸਥਾ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਨਹੀਂ ਜਾਂਦੇ। ਹੋਰ ਕੋਈ ਤਰੀਕਾ ਨਹੀਂ। ਉਹਦਾ ਸਧਾਰਨ ਬੰਦੇ ਦਾ ਚਿੱਤ ਹੈ ਨਾ, ਉਹ ਜਿੱਦਾਂ ਕੁਰਬਲ ਕੀੜੇ ਨਹੀਂ ਕਿਰਮ ਪੈ ਜਾਂਦੇ ਆ ਜਾਨਵਰ ਦੇ ਸਿਰ 'ਚ, ਉਸੇ ਤਰ੍ਹਾਂ ਤੁਹਾਡੇ ਚਿੱਤ 'ਚ ਨਾ ਵਿਚਾਰ ਚੱਲਦੇ ਪਏ ਨੇ ਜੀ ਸਾਹਿਬ, ਬਹੁਤ ਜ਼ਿਆਦਾ। ਉਹ ਆਪਾਂ ਨੂੰ ਜਿਹੜੇ ਗੁਰਕੀ ਸਾਹਿਬ ਆਪਾਂ ਨੂੰ ਜਿਹੜੇ ਕੁਰੇਦੀ ਜਾ ਰਹੇ, ਖਾਈ ਜਾ ਰਹੇ ਆਪਾਂ ਨੂੰ। ਹਾਂ, ਜਿੱਦਾਂ ਵੇਖਿਆ ਨਾ ਕੁੱਤੇ ਕੱਤੇ ਦੇ ਸਿਰ 'ਚ ਕੀੜੇ ਪਏ ਹੁੰਦੇ ਤੇ ਉਹ ਕਿੱਦਾਂ ਵਿਚਾਰਾ ਲੁਕਦਾ ਫਿਰਦਾ, ਉਸੇ ਤਰ੍ਹਾਂ ਸਾਡੇ ਮਨ ਨੂੰ ਕੀੜੇ ਪੈ ਗਏ ਆ। ਬਿਲਕੁਲ ਸਹੀ ਗੱਲ ਹੈ। ਹੁਣ ਤੁਸੀਂ ਕਹੋਗੇ ਕਿ ਇਹ ਤੇ ਕੀੜੇ ਬੜੇ ਵਧੀਆ ਵਾ, ਪਰ ਬਾਣੀ ਕਹਿੰਦੀ ਇਹ ਤੇ ਕੀੜੇ ਬਹੁਤ ਮਾੜੇ ਆ। ਵਿਚਾਰਾਂ ਰੂਪੀ ਕੀੜੇ ਪੈ ਗਏ ਤੇਰੇ ਮਨ ਨੂੰ, ਚਿੱਤ ਨੂੰ ਖਾ ਰਹੇ ਨੇ। ਤੇ ਮਨ ਵੀ ਬੜਾ ਸਪੋਰਟ ਕਰਦੇ ਆ ਕਿ ਆ ਵੀ ਖਾਲਾ, ਆ ਵੀ ਖਾਲਾ, ਆ ਵੀ ਖਾਲਾ। ਕਾਮ ਕ੍ਰੋਧ ਲੋਭ ਰੂਪੀ ਜਿਹੜੇ ਚਿੱਤ ਦੇ ਵਿੱਚ ਕੀੜੇ ਆ, ਔਰ ਉਹ ਕੁਰਬਲ ਕਰਕੇ ਵਿਚਾਰੇ ਚਿੱਤ ਨੂੰ ਖਾ ਰਹੇ ਆ। ਔਰ ਮਨ ਵੀ ਸਪੋਰਟ ਕਰਦਾ ਕਿ ਬਈ ਵਧੀਆ, ਬਹੁਤ ਵਧੀਆ ਕੰਮ ਹੈ, ਕਾਮ ਆ ਗਿਆ, ਬਹੁਤ ਵਧੀਆ ਜੀ, ਲਓ ਘੁੰਮੀਏ ਫਿਰੀਏ ਨਜ਼ਾਰੇ ਲਈਏ। ਪਰ ਉਹ ਕਹਿੰਦੇ ਕਿ ਤੇਰੇ ਚਿੱਤ ਨੂੰ ਖਾ ਰਹੇ ਆ। ਤੇ ਚਿੱਤ ਜਿਹੋ ਜਿਹਾ ਤੂੰ ਲੈ ਕੇ ਜਾਏਗਾ, ਚਿੱਤ ਤੇਰਾ ਚਿੱਤਰ ਗੁਪਤ ਆ, ਉਹਦੀ ਤੇਰਾ ਡਾਟਾ ਹੈ ਤੇਰੇ ਜੀਵਨ ਦਾ, ਤੂੰ ਜਿੱਦਾਂ ਦਾ ਜੀਵਨ ਬਤੀਤ ਕੀਤਾ। ਠੀਕ ਹੈ ਜੀ। ਚਿੱਤ ਉਹਦੀ ਜਦੋਂ ਸਤਿਗੁਰੂ ਦੀ ਸੰਗਤ ਹੋ ਜਾਂਦੀ ਹੈ ਅੰਦਰੋਂ ਜੀ, ਤੇ ਉਦੋਂ ਤਾਂ ਫਿਰ ਬੰਦਾ ਨਿਰਭਉ ਹੋ ਜਾਂਦਾ ਜੀ, ਡਰ ਖਤਮ ਹੋ ਜਾਂਦਾ, ਫਿਰ ਭਾਵ ਪੈਦਾ ਹੋ ਜਾਂਦਾ ਜੀ, ਪ੍ਰੇਮ। ਉਹ ਫਿਰ ਪ੍ਰੇਮ ਭਗਤੀ, ਫਿਰ ਉਹ ਡਰ ਦੀ ਬਜਾਏ ਮਤਲਬ ਭਾਵ ਆ ਜਾਂਦਾ ਜੀ, ਪ੍ਰੇਮ ਆ ਜਾਂਦਾ, ਮਤਲਬ ਇੱਕਮਿੱਕੀ ਹੋ ਜਾਂਦੇ ਆ ਜੀ ਫਿਰ। ਬਿਲਕੁਲ ਠੀਕ ਹੈ ਜੀ, ਪਿਆਰ ਪੈਦਾ ਹੋ ਜਾਂਦਾ। ਭਾਜੀ ਜਿਹੜਾ ਡਰ ਉਦੋਂ ਖਤਮ ਹੋਣਾ ਹੈ ਜਦੋਂ ਤੁਸੀਂ ਹਉਮੈ ਤੋਂ ਮੁਕਤ ਹੋ ਗਏ। ਹਉਮੈ ਜਿਹੜੀ ਹੈ ਨਾ, ਹਉਮੈ ਤੇ ਸਭ ਪ੍ਰੋਬਲਮ ਹੈ। ਜਿੰਨਾ ਚਿਰ ਹਉਮੈ ਨਾ ਖਤਮ ਹੋਈ ਉਹਨਾਂ ਚਿਰ ਤੱਕ ਵਿਰਾਗ ਨਹੀਂ ਆਉਣਾ। ਹਉਮੈ ਉਹਨਾਂ ਚਿਰ ਤੱਕ ਖਤਮ ਨਹੀਂ ਹੋਣੀ ਜਿੰਨਾ ਚਿਰ ਤੱਕ ਤੁਹਾਨੂੰ ਆਤਮ ਗਿਆਨ ਨਾ ਪ੍ਰਾਪਤ ਹੋਇਆ। ਆਤਮ ਗਿਆਨ ਤੁਹਾਨੂੰ ਉਹਨਾਂ ਚਿਰ ਤੱਕ ਪ੍ਰਾਪਤ ਨਹੀਂ ਹੋਣਾ ਜਿੰਨਾ ਚਿਰ ਤੱਕ ਤੁਸੀਂ ਨਿਰਵਿਚਾਰ ਸਮਾਧੀ ਨੂੰ ਅਨੁਭਵ ਨਹੀਂ ਕੀਤਾ। ਸੋ ਇਹ ਸਾਰੇ ਇਕੱਠੇ ਜੁੜੇ ਨੇ। ਹਉਮੈ ਜਿਹੜੀ ਹੈਗੀ ਨਾ, ਹਉਮੈ ਹੈਗੀ ਮਨ ਦੀ ਮੱਤ। ਜਦ ਤੱਕ ਮਨ ਦੀ ਮੱਤ ਹੈਗੀ ਆ ਤਦ ਤੱਕ ਹਉਮੈ ਹੈਗੀ। ਜਦ ਤੱਕ ਮੈਂ ਨਾਵੇਂ ਨਾਲ ਵਿਰੋਧ ਆ, ਹਉਮੈ ਖਤਮ ਆ ਮਿਲੂਗਾ ਜੀ। ਬਿਲਕੁਲ ਹਾਂਜੀ। ਹਉਮੈ ਹਾਂਜੀ। ਅੱਛਾ ਵੀਰ ਜੀ, ਇੱਕ ਚੀਜ਼ ਹੋਰ ਹੈ, ਜਿਹੜਾ ਇਹ ਡਰ ਦੇਖੋ ਦੁਨਿਆਵੀ ਡਰ ਹੈ, ਉਹ ਤੋਂ ਨਾ ਬੰਦਾ ਫਿਰ ਉਹ ਹੀਲੇ ਕਰਦਾ ਵੀ ਮੈਨੂੰ ਕਿਵੇਂ ਬਚਾਂ, ਭੱਜਦਾ ਬਾਹਰ ਪਰਾਂ ਭੱਜਦਾ। ਇਹ ਜਿਹੜਾ ਪ੍ਰਮਾਤਮਾ ਦਾ ਭਾਵ ਜਿਹੜਾ ਇਹਦੇ ਚ ਇੱਕ ਖਾਸੀਅਤ ਹੈ, ਇਹਦੇ ਚ ਬੰਦਾ ਅੰਦਰ ਨੂੰ ਭੱਜਿਆ ਜਾਂਦਾ, ਭਿੱਜਦਾ ਤੁਰਿਆ ਜਾਂਦਾ, ਅੰਦਰ ਨੂੰ ਜਾਂਦਾ, ਉਹਦੇ ਵੱਲ ਨੂੰ ਜਾਂਦਾ, ਜਦੋਂ ਉਹਦਾ ਭਾਵ ਨੂੰ। ਹਾਂਜੀ ਇਹ ਖਿੱਚ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਇੱਕੋ ਹੀ ਐਸਾ ਡਰ ਹੈ ਜਿਹਦੇ ਅੰਦਰ ਨੂੰ ਵੜਦਾ ਬੰਦਾ। ਬਿਲਕੁਲ ਜੀ। ਆਪ ਹੁਣ ਲਾਸਟ ਤੇ ਖਤਮ ਕਰੀਏ। ਕੁਲਵੰਤੀ ਨਾਰ ਕਿਹੜੀ ਆ ਜਿਹੜੀ ਆਪਣੇ ਪਤੀ ਦਾ ਭਾਵ ਰੱਖਦੀ ਆ, ਉਹ ਏਦਾਂ ਦਾ ਕੋਈ ਕੰਮ ਨਹੀਂ ਕਰਦੀ, ਉਹ ਕਿ ਜਿਹੜਾ ਜਿਹਦੇ ਨਾਲ ਉਹਦਾ ਪਤੀ ਹੈ ਜਿਹੜਾ ਉਹ ਦੂਰ ਹੋ ਜੇ। ਇਸੇ ਤਰ੍ਹਾਂ ਜੀਵ ਰੂਪੀ ਇਸਤਰੀ ਜਿਹੜੇ ਆਪਾਂ ਹੈਗੇ ਆ, ਤੁਸੀਂ ਵੀ ਕੋਈ ਦਾ ਕੰਮ ਨਾ ਕਰੋ ਜਿਹਦੇ ਕਰਕੇ ਪ੍ਰਮਾਤਮਾ ਤੁਹਾਡੇ ਤੋਂ ਦੂਰ ਹੋ ਜੇ। ਪ੍ਰਮਾਤਮਾ ਤਾਂ ਸਾਡੇ ਤੋਂ ਦੂਰ ਨਹੀਂ ਹੋ ਸਕਦਾ, ਅਸੀਂ ਪ੍ਰਮਾਤਮਾ ਤੋਂ ਦੂਰ ਹੋ। ਠੀਕ ਹੈ ਜੀ। ਬਿਲਕੁਲ। ਹਾਂਜੀ, ਅੱਗੇ ਚਲੀਏ। ਸਾਖ ਹੁਕਮ ਪਛਾਣੇ ਕੰਤ ਕਾ ਜਿਸਨੂੰ ਕਿਰਪਾ ਕੀਤੀ ਕਰਤਾਰ। ਬਸ ਜਿਹਨੇ ਹੁਕਮ ਪਛਾਣ ਲਿਆ ਨਾ, ਸਮਝ ਲਓ ਕਿਰਪਾ ਹੋ ਗਈ ਮਾਲਕ ਪਰਮਾਤਮਾ ਤੇ। ਬਸ ਜਿਹਨੂੰ ਪਤਾ ਲੱਗ ਗਿਆ ਵੀ ਮੈਂ ਜਿਹੜਾ ਹੈਗਾ, ਮੈਂ ਆਪਣੀ ਆਤਮਾ ਨੂੰ ਦੇਖਣਾ ਹੈ, ਆਤਮਾ ਦੇ ਨਾਲ ਵਿਆਹ ਕਰਾਉਣਾ ਹੈ। ਮੈਂ ਜਿਹੜਾ ਹੈਗਾ ਇਸ ਕੰਮ ਵਾਸਤੇ ਆਈ ਹਾਂ ਦੁਨੀਆ ਦੇ ਵਿੱਚ। ਆਹੀ ਮੇਰਾ ਜਿਹੜਾ ਹੈਗਾ ਜੀਵਨ ਦਾ ਮਕਸਦ ਹੈਗਾ। ਤੇ ਉਹ ਕੁਚੱਜੀ ਕੁਲੱਖਣੀ ਪਰ ਹਰ ਛੋੜੀ ਪਤਾਰ। ਤੇ ਜਿਹੜੀ ਨਹੀਂ ਇਹ ਕੰਮ ਕਰਦੀ, ਜਿਹੜੀ ਮਾਇਆ ਦੇ ਨਾਲ ਹੀ ਜੁੜੀ ਰਹਿੰਦੀ ਆ, ਉਹਦੇ ਲੱਛਣ ਜਿਹੜੇ ਹੈਗੇ ਕੁਚੱਜੀ ਹੈਗੇ, ਚੱਜ ਨਹੀਂ ਹੈਗਾ, ਉਹਨੂੰ ਆਚਾਰ ਨਹੀਂ ਹੈਗਾ, ਉਹਦੇ ਵਧੀਆ ਲੱਖਣ ਵਧੀਆ ਨਹੀਂ ਹੈਗੇ ਭਾਈ। ਤੇ ਜੇ ਉਹਦੇ ਲੱਖਣ ਵਧੀਆ ਨਹੀਂ ਹੈਗੇ ਤੇ ਮਾਲਕ ਕਹਿੰਦਾ ਐਸ਼ ਕਰ। ਫਿਰ ਪਤਾਰ ਵੀ ਜਿਹੜਾ ਹੈ ਪਰਹਰ ਕਰ ਦਿੰਦਾ ਹੈ ਪਾਸੇ। ਬਸ ਆ ਹੈਗੀ ਭਾਈ। ਮਾਲਕ ਵੀ ਕੇਅਰ ਨਹੀਂ ਕਰਦਾ। ਉਹ ਮਾਲਕ ਤਾਂ ਆਖਰੀ ਦਮ ਤੱਕ ਤਿਆਰ ਰਹਿੰਦਾ ਹੈ ਭਾਈ, ਜਦ ਮਰਜੀ ਜਿਹੜਾ ਹੈਗਾ। ਐਸਾ ਮਾਲਕ ਪਰਮਾਤਮਾ 24 ਘੰਟੇ 24/7 ਹੈਗਾ। ਕਿਸੇ ਵੀ ਟਾਈਮ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦੇ ਵੱਲ ਨੂੰ ਮੂੰਹ ਕਰ ਸਕਦੇ ਹਾਂ ਆਪਾਂ, ਕਿਸੇ ਵੀ ਟਾਈਮ। ਹਾਂਜੀ ਗੋਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਆ ਕਿ ਜੇ ਉਹ ਨਹੀਂ ਭੈ ਹੈਗਾ ਕਿਸੇ ਜੀਵਨ ਚ, ਹੁਣ ਤੁਸੀਂ ਵੇਖੋ ਤੁਹਾਡੇ ਜੀਵਨ ਚ ਭੈ ਹੀ ਨਹੀਂ ਹੈਗਾ, ਤੁਸੀਂ ਜੋ ਮਰਜ਼ੀ ਕਰੀ ਜਾਓ, ਤੁਸੀਂ ਸੰਸਾਰ ਨੂੰ ਤਾਂ ਧੋਖਾ ਦੇ ਸਕਦੇ ਜੋ, ਤੇ ਪਰਮਾਤਮਾ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰੋਗੇ
ਫਿਰ ਉਹ ਕਹਿੰਦੇ ਕਿ ਤੁਸੀਂ ਕੁਚੱਜੀ ਆ। ਕੁਚੱਜੀ ਮਤਲਬ ਜਿਹਨੂੰ ਚੱਜ ਨਹੀਂ, ਜਿਹਨੂੰ ਜੀਵਨ ਜੀਵਨ ਦਾ ਪਤਾ ਨਹੀਂ। ਦੇਖੋ ਇੱਕ 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 ਤੇ ਹੁੰਦੀ ਹੈ ਕੁਚੱਜੀ, ਇੱਕ ਹੁੰਦੀ ਚੱਜੀ। ਜਿਹਨੂੰ ਚੱਜ ਆ, ਜਿਹਨੂੰ ਗਿਆਨ ਆ। ਹੁਣ ਚੱਜੀ ਤੇ ਕੁਚੱਜੀ ਚ ਇਹ ਫਰਕ ਹੁੰਦਾ ਕਿ ਤੁਸੀਂ ਕੁਚੱਜੀ ਨੂੰ ਦੇ ਦਿਓ ਕੰਮ ਤੇ ਉਹਨੇ ਕੋਲ ਨਿਬੜਨਾ ਹੀ ਨਹੀਂ, ਉਹਨੇ ਰੌਲਾ ਪਾਉਣਾ ਸ਼ੁਰੂ ਕਰ ਦੇਣਾ। ਤੇ ਜਿਹੜੀ ਚੱਜੀ ਆ ਉਹ ਕੋ ਜੋ ਵੀ ਹੈਗਾ ਉਹਨੇ ਉਹਦੇ ਨਾਲ ਹੀ ਉਹ ਸਿਸਟਮ ਜੋ ਵੀ ਆ ਗਈ ਸਿਚੁਏਸ਼ਨ ਉਹਨੂੰ ਚਲਾਉਣਾ। ਕੰਮ ਕਰਨ ਦਾ ਚੱਜ ਤੇ ਕੁਚੱਜ ਇਹ ਦੋਨੋਂ ਇਕੱਠੀਆਂ ਨੇ, ਠੀਕ ਹੈ ਜੀ। ਤੇ ਫਿਰ ਕਹਿੰਦੇ ਆ ਕਿ ਕੁਚੱਜੀ ਆ, ਫਿਰ ਗੱਲ ਕਿੱਦਾਂ ਬਣੂਗੀ, ਕਿਉਂਕਿ ਉਹ ਪਰਵਾਹ ਹੀ ਨਹੀਂ ਕਰ ਰਹੀ ਅਗਲੀ। ਹੁਣ ਅਸੀਂ ਜੇ ਮੰਨ ਲਓ ਪਰਮਾਤਮਾ ਦੀ ਪਰਵਾਹ ਹੀ ਨਹੀਂ ਕਰਦੇ, ਅਸੀਂ ਨਹੀਂ ਸੋਚਦੇ ਕੋਈ ਧਰਮ ਰਾਜਾ ਵਗੈਰਾ ਕੋਈ ਸ਼ਕਤੀ ਹੈਗੀ ਹੈ, ਤੇ ਫਿਰ ਕੁਚੱਜਾਂ ਵਾਲੇ ਕੰਮ ਹੈ। ਕੋਈ ਚੰਗਾ ਕੰਮ ਤੇ ਹੈ ਕੋਈ ਨਾ। ਫਿਰ ਅਗਲੇ ਬੰਨੇ ਦੇਖੋ ਨੀਚੇ ਸਾਹ ਅਗਲੀ ਤੁੱਕ ਬੋਲੋ, ਪੈ ਪਾਈਏ ਮਲ ਕੱਟੀਏ, ਪੈ ਪਾਏ ਮਲ ਕੱਟੀਏ। ਪੈ ਜਿਹਦੇ ਅੰਦਰ ਆ ਗਿਆ ਉਹਦੀ ਮੈਲ ਕੱਟੀ ਜਾਣੀ ਆ। ਤੇ ਨਿਰਮਲ ਹੋਵੇ ਸਰੀਰ। ਕਹਿੰਦੇ ਕੱਲਾ ਮਨ ਨਹੀਂ ਨਿਰਮਲ ਹੁੰਦਾ, ਮੈਲ ਮਨ ਦੀ ਨਹੀਂ ਜਾਂਦੀ। ਕਹਿੰਦੇ ਸਰੀਰ ਵੀ ਨਿਰਮਲ ਹੋ ਜਾਂਦਾ ਹੈ ਭਾਈ। ਉਹਦੇ ਜਿਹੜੀ ਹੈਗੀ ਆ ਗਿਆਨ ਇੰਦਰੀਆਂ, ਕਰਮ ਇੰਦਰੀਆਂ ਜਿਹੜੀਆਂ ਹੈਗੀਆਂ ਉਹ ਵੀ ਜਿਹੜੀਆਂ ਹੈਗੀਆਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੈਗੇਟਿਵਿਟੀ ਤੋਂ ਜਿਹੜੇ ਹੈਗੇ ਸਹਾਇਕ ਹੋ ਜਾਂਦੀਆਂ। ਮਨ ਦੀਆਂ ਜਿਹੜੀਆਂ ਹੈਗੀਆਂ ਮਨ ਨੂੰ ਨਹੀਂ ਜਾਣ ਦਿੰਦੀਆਂ ਇਹਦੇ ਅੰਦਰ। ਕਿਉਂਕਿ ਅੰਤਰ ਪ੍ਰਗਾਸ ਮਤ ਉੱਤਮ ਹੋਵੇ ਹਰ ਜਪ ਗੁਣੀ ਗਹੀਰ। ਕਹਿੰਦੇ ਉਹਦੇ ਅੰਦਰ ਪ੍ਰਗਾਸ। ਹੁਣ ਪ੍ਰਗਾਸ ਕਾਹਦਾ ਹੋਣਾ? ਉੱਥੇ ਕੋਈ ਟਿਊਬਲਾਈਟ ਥੋੜੀ ਨਾ ਜਗ ਜਾਣੀ ਆ ਭਾਈ। ਆਤਮਾ ਦੇ ਦਰਸ਼ਨ ਹੋ ਜਾਣੇ ਆ, ਆਤਮ ਪ੍ਰਕਾਸ਼ ਹੋ ਜਾਣਾ ਹੈ। ਆਤਮ ਪ੍ਰਕਾਸ਼ ਹੋਣ ਦਾ ਕੀ ਨਿਸ਼ਾਨੀ ਆ? ਬਈ ਉਹਦੀ ਮੱਤ ਜਿਹੜੀ ਹੈਗੀ ਉੱਤਮ ਹੋ ਜਾਣੀ ਆ। ਹਾਲੇ ਜੇ ਆਪਾਂ ਜਿਹੜੇ ਹੈਗੇ ਇਹ ਜਿਹੜੀ ਹੈ ਵਿਵੇਕ ਬੁੱਧੀ ਜਿਹੜੀ ਹੈਗੀ ਇਹ ਬ੍ਰਹਮ ਗਿਆਨੀਆਂ ਦੀ ਵਿਵੇਕ ਬੁੱਧੀ ਆਪਾਂ ਲੈ ਰਹੇ ਹਾਂ। ਆਪਣੀ ਬੁੱਧੀ ਉੱਤਮ ਨਹੀਂ ਹੋਈ ਹਾਲੇ, ਆਪਣੀ ਬੁੱਧੀ ਵਿਵੇਕ ਨਹੀਂ ਹੋਈ ਹਾਲੇ। ਉਹ ਜਿਹੜੀ ਹੈਗੀ ਹਰ ਜਪ ਗੁਣੀ ਗਹੀਰ। ਜਦ ਉਹ ਪਰਮੇਸ਼ਰ ਦਾ ਧਿਆਨ ਸਿਮਰਨ ਕਰਦੀ ਆ ਤੇ ਗੁਣ ਉਹਦੇ ਅੰਦਰ ਆ ਜਾਂਦੇ ਆ। ਤੇ ਗੁਣ ਦੇ ਨਾਲ ਜਿਹੜੇ ਗਹਿਰੇ ਗੁਣ ਜਿਹੜੇ ਹੈ ਉਹਨਾਂ ਦੇ ਨਾਲ ਉਹਦੀ ਮੱਤ ਜਿਹੜੀ ਹੈਗੀ ਉੱਤਮ ਹੋ ਜਾਂਦੀ ਹੈ। ਉਹਦਾ ਆਪਣੇ ਅੰਦਰ ਚੇਂਜਸ ਆ ਜਾਂਦੇ ਆ। ਉਹਦਾ ਆਪਣਾ ਜਿਹੜਾ ਹੈਗਾ ਗਿਆਨ, ਆਪਣਾ ਗਿਆਨ ਹੋ ਜਾਂਦਾ ਹੈ। ਉਹਦੇ ਅੰਦਰ ਆਪਣਾ ਗਿਆਨ ਹੋ ਗਿਆ ਤੇ ਪ੍ਰਕਾਸ਼ ਹੋ ਗਿਆ ਉਹਦੇ ਅੰਦਰ, ਆਤਮ ਪ੍ਰਕਾਸ਼। ਹਾਂਜੀ ਵੀਰ ਜੀ। ਹਾਂਜੀ ਨੇਜਰ ਸਾਹਿਬ ਆਵਾਜ਼ ਬੰਦ ਹੋ ਗਈ ਤੁਹਾਡੀ। ਹਾਂਜੀ ਆਵਾਜ਼ ਤਾਂ ਆ ਰਹੀ ਹੈ ਜੀ ਸਾਰਿਆਂ ਨੂੰ। ਹਾਂ ਤੁਹਾਡੀ ਬੰਦ ਹੋ ਗਈ। ਹਾਂ ਹੁਣ ਆਈ ਹੁਣ। ਹਾਂਜੀ ਤੁਸੀਂ ਕੰਪਲੀਟ ਕਰਤਾ? ਹਾਂਜੀ ਗੋਰਖ ਸਾਹਿਬ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਦੇਖੋ ਇੱਥੇ ਕੋਈ ਗੱਲ ਨਹੀਂ। ਡਿਲੇ ਆ ਰਹੀ ਹੈ ਗੋਰਖ ਸਾਹਿਬ। ਹੁਣ ਇੱਥੇ ਕਹਿੰਦੇ ਆ ਕਿ ਭੈ ਦੇ ਵਿੱਚ ਜੇਕਰ ਤੁਸੀਂ ਜੀਵਨ ਬਤੀਤ ਕਰਦੇ ਜੋ ਤੇ ਮਲ ਕੱਟੀ ਜਾਂਦੀ ਹੈ। ਤੁਹਾਡੀ ਆਵਾਜ਼ ਜਿਹੜੀ ਹੈ ਗੋਰਖ ਸਾਹਿਬ ਮਿਊਟ ਕਰਨ ਲੱਗ ਪਈ ਤੁਹਾਡੀ ਆਵਾਜ਼। ਹਾਂਜੀ ਮੇਰਾ ਹੀ ਨੈਟ ਗਿਆ। ਮੇਰਾ ਨੈਟ ਤਾਂ ਭਾਈ ਹੁਣ ਮੇਰੇ ਵੱਲੋਂ ਗੜਬੜਿਆ ਤੇ ਗੋਰਖੀ ਸਾਹਿਬ ਫਿਰ ਤਾਂ ਰਿਕਾਰਡਿੰਗ ਦੇ ਵਿੱਚ ਜਾਏਗੀ ਗੜਬੜ। ਹਾਂਜੀ ਇਹ ਕਿਉਂਕਿ ਮੇਰੇ ਕੋਲ ਜੇ ਗੜਬੜ ਹੋ ਗਈ ਤੇ ਫਿਰ ਤਾਂ ਗੋਰਖੀ ਸਾਹਿਬ ਫਿਰ ਤਾਂ ਰਿਕਾਰਡਿੰਗ ਦੇ ਵਿੱਚ ਆਏਗੀ ਜਾਂ ਤਾਂ ਇਹ ਤਾਂ ਇੱਥੇ ਦਾ ਨੈਟ ਜਿਹੜਾ ਹੈਗਾ ਮੈਂ ਤਾਂ ਕਾਫੀ ਜਿਹੜੀ ਹੈਗੀ
ਨਹੀਂ ਨਿੱਟਾ ਵੀ ਹਾਂਜੀ ਨਿੱਜਾ ਸਭ ਨਿੱਜਾ ਸਭ दोबारा लॉग इन हुआ। हेलो हेलो आ रही है जी आवाज़। हेलो हेलो आ रही है आवाज़। हेलो हाँ जी निज्जा साहब बनी गल। देखो मेरे को तो हुण ਇਹਦਾ ਪਤਾ ਨਹੀਂ ਡਾਟਾ ਲੋ ਡਾਟਾ ਮੋਡ 'ਚ ਚਲਾ ਗਿਆ ਹੈ। ਪਤਾ ਨਹੀਂ ਇਹਨਾਂ ਦਾ ਕੀ ਸਿਸਟਮ ਹੈਗਾ ਭਾਈ। ਕੱਲ ਨੂੰ ਮੈਂ ਹੋਰ ਜ਼ਬਰਦਸਤ ਡਾਟਾ ਕਦੀ ਡਾਟਾ ਲੋ ਡਾਟਾ 'ਚ ਨਾ ਜਾਏ ਉਹ ਲੈ ਲਾਂਗੇ ਕੋਈ ਕਨੈਕਸ਼ਨ। ਚਲੋ ਕੋਈ ਨਹੀਂ ਜਿੰਨੀ ਹੋ ਗਈ ਉਨੀ ਸਹੀ। ਅੱਛਾ ਠੀਕ ਹੈ ਸਾਧ ਸੰਗਤ ਜੀ ਦੇਖੋ ਇੱਥੇ ਕੱਲ ਕਹਿ ਰਹੇ ਨੇ ਭੈ ਪਾਈਏ ਮਲ ਕੱਟੀਏ ਨਿਰਮਲ ਹੋਵੇ ਸਰੀਰ। ਜਦੋਂ ਤੁਸੀਂ ਭੈ ਦੇ ਵਿੱਚ ਆ ਜਾਂਦੇ ਜੋ ਭੈ ਪਰਮਾਤਮਾ ਦਾ ਭੈ ਸਾਡੇ ਜੀਵਨ ਚ ਆ ਜਾਂਦਾ ਹੈ ਤੇ ਉਹਦੇ ਨਾਲ ਕੀ ਹੁੰਦਾ ਕਿ ਸਾਡਾ ਜਿਹੜਾ ਸਰੀਰ ਨਿਰਮਲ ਹੋ ਜਾਂਦਾ ਹੈ। ਔਰ ਇੱਕ ਗਰੰਟੀ ਨਾਲ ਮੈਂ ਕਹਿ ਦਿੰਦਾ ਜਦੋਂ ਤੁਸੀਂ ਨਿਰਵਿਚਾਰ ਅਵਸਥਾ ਨੂੰ ਕੁਝ ਮਹੀਨੇ ਅਨੁਭਵ ਕੀਤਾ ਤੁਸੀਂ ਖੁਦ ਕਹੋਗੇ ਕਿ ਮੈਂ ਕੋਈ ਮਾੜਾ ਕੰਮ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਤੇ ਮੇਰਾ ਗੁੱਟ ਫੜ ਰਿਹਾ ਕੋਈ ਅੰਦਰੋਂ। ਔਰ ਇੱਕ ਤੇ ਹੁੰਦਾ ਨਾ ਕਿ ਤੁਹਾਨੂੰ ਕੋਈ ਸਮਝਾਵੇ ਯਾਰ ਆਹ ਕੰਮ ਨਾ ਕਰ। ਹਾਂਜੀ ਮੈਂ ਕਿਹਾ ਵੀ ਨਿਰਮਲ ਹੋਵੇ ਸਰੀਰ ਲਿਖਿਆ ਹੋਇਆ ਹੈ। ਇਹ ਸਰੀਰ ਨੇ ਨਿਰਮਲ ਜਿਹੜਾ ਹੈਗਾ ਉਦੋਂ ਹੋਣਾ ਹੈ ਜਦ ਮਨ ਨਿਰਮਲ ਹੋ ਜਾਏਗਾ। ਮਨ ਨਿਰਮਲ ਪਹਿਲਾਂ ਹੋਏਗਾ ਸਰੀਰ ਨਿਰਮਲ ਬਾਅਦ 'ਚ ਹੋਏਗਾ। ਹਾਂਜੀ ਵੀਰ ਜੀ ਹਾਂ ਪਹਿਲਾਂ ਮਨ ਨੇ ਨਿਰਮਲ ਹੋਣਾ ਹੈ। ਔਰ ਜਦੋਂ ਤੁਸੀਂ ਵਿਚਾਰ ਮੁਕਤ ਅਵਸਥਾ ਨੂੰ ਅਨੁਭਵ ਕਰਨਾ ਸ਼ੁਰੂ ਕਰ ਦਿੱਤਾ ਤੇ ਸਮਝ ਲਓ ਕਿ ਮਨ ਤੇ ਚਿੱਤ ਦੋਨੋਂ ਹੀ ਨਿਰਮਲ ਹੋਣੇ ਸ਼ੁਰੂ ਹੋ ਗਏ। ਇਹ ਇੱਕ ਬਹੁਤ ਵੱਡੀ ਨਿਸ਼ਾਨੀ ਹੈ। ਔਰ ਫਿਰ ਬਾਕੀ ਸਾਰਾ ਕੁਝ ਆਪਣੇ ਆਪ ਹੀ ਹੋ ਜਾਣਾ ਹੈ। ਸ਼ੁਰੂਆਤ ਨਿਰਵਿਚਾਰ ਤੋਂ ਹੀ ਹੋਣੀ ਹੈ। ਫਿਰ ਅਗਲੇ ਬੰਨੇ ਉਹ ਕਹਿ ਰਹੇ ਨੇ ਅੰਤਰ ਪ੍ਰਕਾਸ਼ ਮਤ ਉੱਤਮ ਹੋਵੇ ਹਰ ਜਪ ਗੁਣੀ ਗਹੀਰੋ। ਹੁਣ ਦੇਖੋ ਇੱਥੇ ਪ੍ਰਕਾਸ਼ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੇ ਅੰਦਰ ਪ੍ਰਾਣ ਊਰਜਾ ਦਾ ਜਿਹੜਾ ਨਾ ਪ੍ਰਕਾਸ਼ ਹੋ ਜਾਣਾ। ਜਿੰਨਾ ਚਿਰ ਤੱਕ ਪ੍ਰਾਣ ਊਰਜਾ ਪ੍ਰਗਟ ਨਹੀਂ ਹੁੰਦੀ ਉਹਨਾਂ ਚਿਰ ਤੱਕ ਮਨ ਨੇ ਨਿਰਮਲ ਨਹੀਂ ਜੋ ਹੋਣਾ। ਨਾ ਹੀ ਤੁਸੀਂ ਨਿਰਵਿਚਾਰ ਅਵਸਥਾ ਨੂੰ ਅਨੁਭਵ ਕਰ ਸਕਦੇ। ਇਸੇ ਕਰਕੇ ਜਦੋਂ ਬੰਦਗੀ ਕਰਨੀ ਆ ਮੱਥੇ ਦੇ ਵਿਚਕਾਰ ਜਿਹੜੇ ਨਵੇਂ ਸਾਧਕ ਆ ਜਿਹੜੇ ਪੁਰਾਣੇ ਆ ਉਹਨਾਂ ਨੂੰ ਨਹੀਂ ਲੋੜ ਜਿਹਦਾ ਪ੍ਰਕਾਸ਼ ਆਲਰੇਡੀ ਪ੍ਰਗਟ ਆ ਉਹ ਉਹਨਾਂ ਦੀ ਨਹੀਂ ਮੈਂ ਗੱਲ ਕਰਦਾ। ਜਿਹੜੇ ਨਵੇਂ ਸਾਧਕ ਨਾਮ ਨੂੰ ਪ੍ਰਗਟ ਕਰਨਾ ਹੈ ਕਹਿੰਦੇ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਇਸਕਾ ਵਿਸ਼ਰਾਮ। ਜਿਹੜਾ ਵਿਸ਼ਰਾਮ ਅਵਸਥਾ ਚ ਮਤਲਬ ਕਿ ਕੋਈ ਚੀਜ਼ ਸੁੱਤੀ ਅਵਸਥਾ ਚ ਹੈ ਉਹਨੂੰ ਪ੍ਰਗਟ ਕਰਨਾ ਹੈ। ਠੀਕ ਹੈ ਉਹਨੂੰ ਪ੍ਰਗਟ ਕਰਨ ਤੋਂ ਬਾਅਦ ਕੀ ਹੋਣਾ ਹੈ ਪ੍ਰਗਟ ਕਰਨ ਦਾ ਇੱਕ ਸਿੰਪਲ ਜਿਹਾ ਤਰੀਕਾ ਹੈ ਤੁਸੀਂ ਵਾਹਿਗੁਰੂ ਦਾ ਜਾਪ ਕਰਨਾ ਹੈ 10-15 ਮਿੰਟ ਧਿਆਨ ਮੱਥੇ ਦੇ ਵਿਚਕਾਰ ਦੋਨੋਂ ਭਰੋਟਿਆਂ ਦੇ ਵਿਚਕਾਰ ਰੱਖਣਾ ਹੈ। ਠੀਕ ਹੈ ਜੀ ਕੁਝ ਦਿਨ ਤੁਹਾਨੂੰ ਝਟਕੇ ਲੱਗਣੇ ਆ। ਝਟਕੇ ਲੱਗਣ ਤੋਂ ਬਾਅਦ ਸਰੀਰ ਨੇ ਵਾਈਬ੍ਰੇਸ਼ਨ ਕਰਨੀ ਹੈ ਐਰਾ ਵਗੈਰਾ ਛੋਟੇ ਮੋਟੇ ਅਨੁਭਵ ਹੋਣਗੇ। ਤੁਸੀਂ ਸਲੋਲੀ ਇਹਨਾਂ ਵਿੱਚੋਂ ਪਾਸ ਥਰੂ ਕਰ ਜਾਣਾ। ਫਿਰ ਜਦੋਂ ਨਾਮ ਪ੍ਰਗਟ ਹੋ ਗਿਆ ਫਿਰ ਉਸੇ ਦਿਨ ਹੀ ਤੁਹਾਨੂੰ ਨਿਰਵਿਚਾਰ ਸਮਾਧੀ ਮਿਲ ਜਾਣੀ। ਨਿਰਵਿਚਾਰ ਸਮਾਧੀ ਮਤਲਬ ਇੱਕਦਮ ਕਲੀਨ ਚਿੱਤ ਡਿਸਪਲੇ ਹੈਗੀ ਆ ਤੁਸੀਂ ਉੱਥੇ ਬੈਠੇ ਜੋ ਪਰ ਕੋਈ ਵਿਚਾਰ ਨਹੀਂ ਹੈਗਾ। ਇਹ 2-2.5 ਮਹੀਨੇ ਚ ਵਧੀਆ ਅਵਸਥਾ ਬਣ ਜਾਂਦੀ ਹੈ ਜੇਕਰ ਤੁਸੀਂ ਖੁਸ਼ੀ ਦੇ ਨਾਲ ਭਗਤੀ ਕਰ ਰਹੇ ਜੋ ਨਾਮ ਜਪ ਰਹੇ ਜੋ ਤੇ ਸਮਝ ਲਓ ਅਵਸਥਾ ਬਣਨ ਵਾਲੀ ਹੈ।
ਫਿਰ ਅਗਲੇ ਬੰਨੇ ਕਹਿ ਰਹੇ ਨੇ ਇਹ ਫਿਰ ਤੁਹਾਡੀ ਬੁੱਧੀ ਉੱਤਮ ਹੋ ਜੂਗੀ ਜੀ, ਮੱਤ ਤੁਹਾਡੀ ਉੱਤਮ ਹੋ ਜਾਣੀ ਹੈ। ਕਿਉਂਕਿ ਜਦੋਂ ਚਿੱਤ ਥੋੜਾ ਜਿਹਾ ਸਾਫ਼ ਹੋਇਆ ਨਾ, ਤੁਹਾਨੂੰ ਬਹੁਤ ਚੀਜ਼ਾਂ ਬੜੀਆਂ ਕਲੀਅਰਲੀ ਦਿਖਾਈ ਦੇਣਗੀਆਂ, ਕਲੈਰਿਟੀ ਹੋ ਜਾਏਗੀ। ਜਦੋਂ ਮਨ ਰੂਪੀ ਜਿਹੜਾ ਦਰਪਣ ਹੀ ਸਾਫ਼ ਹੋ ਗਿਆ ਨਾ, ਤੇ ਚੀਜ਼ਾਂ ਨੂੰ ਤੁਸੀਂ ਉਹਦੇ ਰੂਪ 'ਚ ਦੇਖ ਸਕਦੇ। ਜਦੋਂ ਮਨ ਮਲੀਨ ਹੈ, ਮਨ ਮੈਲਾ ਤੇ ਸਭ ਕੁਝ ਮੈਲਾ, ਫਿਰ ਇਹਨੇ ਕਿਸੇ ਚੀਜ਼ ਨੂੰ ਵੀ ਸਹੀ ਨਹੀਂ ਦੇਖਣਾ, ਕਿਉਂਕਿ ਇਹ ਪ੍ਰਿਜ਼ਮ ਹੈ। ਇਹਦੇ ਵਿੱਚ ਜਦੋਂ ਲਾਈਟ ਵੜੀ, ਇਹਨੇ ਉਹਨੂੰ ਆਪਣਾ ਰੰਗ ਚਾੜ ਦੇਣਾ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ। ਉੱਥੇ ਤੁਸੀਂ ਕੁਝ ਨਹੀਂ ਕਰ ਸਕਦੇ। ਪਰ ਜੇਕਰ ਤੁਸੀਂ ਮਨ ਨੂੰ ਸ਼ੁੱਧ ਕਰ ਲੈਂਦੇ, ਜਿੱਦਾਂ ਦਾ ਪ੍ਰਕਾਸ਼ ਉਸ 'ਚ ਵੜੇਗਾ, ਉਸੇ ਹੀ ਕਿਸਮ ਦਾ ਪ੍ਰਕਾਸ਼ ਅੱਗੇ ਪਾਸ ਥਰੂ ਹੋ ਜਾਏਗਾ। ਠੀਕ ਹੈ ਜੀ। ਫਿਰ ਜਿਹੜੀ ਮੱਤ ਆ ਉਹ ਵੀ ਉੱਤਮ ਹੋ ਜਾਏਗੀ। ਤੇ ਫਿਰ ਕਹਿੰਦੇ ਹਰ ਕੀ ਜਪ ਗੁਣੀ ਗਹੀਰਾ। ਫਿਰ ਅਗਲੀ ਤੁਕ ਬੋਲ ਦੋ, ਭੈ ਵਿੱਚ ਬਸੇ, ਭੈ ਵਿੱਚ ਰਹੇ, ਭੈ ਵਿੱਚ ਕਮਾਵੇ ਕਾਰ। ਜੀ ਸਾਹਿਬ ਆਪ ਬੋਲੋ। ਦੇਖ ਲਓ, ਭੈ ਵਿੱਚ ਬੈਸੇ, ਭੈ ਵਿੱਚ ਬੈਸੇ ਦਾ ਵੀ ਕੀ ਮਤਲਬ ਹੈ? ਨਿਰਵਿਚਾਰ। ਭੈ ਵਿੱਚ ਪਰਮਾਤਮਾ ਦੇ ਭੈ ਦੇ ਨਾਲ ਕੀ ਹੋਏਗਾ? ਨਿਰਵਿਚਾਰ ਹੋ ਜਾਏਗਾ ਭਾਈ। ਭੈ ਰਹੇ, ਉੱਥੇ ਹੀ ਟਿਕਾਣਾ ਹੈ, ਉੱਥੇ ਹੀ ਟਿਕ ਜਾਏਗੀ ਸੁਰਤ। ਭੈ ਵਿੱਚ ਕਮਾਵੇ ਕਾਰ। ਕਮਾਣ, ਭੈ ਦੇ ਵਿੱਚ ਕਾਰ ਕਮਾਉਣੀ ਹੈ। ਇਹ ਮਾਲਕ ਦੇ ਡਰ ਦੇ ਵਿੱਚ, ਮਾਲਕ ਦੇ ਪਿਆਰ ਦੇ ਵਿੱਚ ਕਾਰ ਕਮਾਉਣੀ ਹੈ। ਇਹ ਹੈਗੀ ਕਾਰਵਾਈ ਆਪਾਂ ਨੇ, ਜਿਹੜੀ ਹੈਗੀ ਆਪਾਂ ਨੂੰ ਦਿੱਤਾ ਹੈ ਭਾਈ ਕੰਮ, ਕੰਮ ਕਰਨਾ ਹੈ ਆਪਾਂ ਨੇ। ਰਿਜ਼ਲਟ ਕੀ ਹੋਏਗਾ? ਇੱਥੇ ਸੁੱਖ ਵਡਿਆਈਆਂ, ਦਰਗਹਿ ਮੋਖ ਦੁਆਰ। ਇੱਥੇ ਕਹਿੰਦੇ ਸੁੱਖ ਤੇ ਵਡਿਆਈਆਂ, ਅਸਲੀ ਸੁੱਖ ਆਪਾਂ ਨੂੰ ਜੀਵਨ ਦਾ ਜਿਹੜਾ ਹੈ, ਜੀਵਨ ਦੇ ਵਿੱਚ ਉਚਾਈ, ਜੀਵਨ ਦਾ ਸੁੱਖ ਆਪਾਂ ਨੂੰ ਇੱਥੇ ਮਿਲੇਗਾ। ਔਰ ਦਰਗਾਹ, ਪਰਮਾਤਮਾ ਦੀ ਦਰਗਾਹ ਤੇ ਮੁਕਤੀ ਦਾ ਦੁਆਰਾ ਮਿਲੇਗਾ, ਔਰ ਪਰਮਾਤਮਾ ਦਾ ਸਾਥ ਹੋ ਜਾਏਗਾ। ਆਪਣੀ ਜੋਤ ਪਰਮਾਤਮਾ ਦੇ ਜੋਤ ਦੇ ਵਿੱਚ ਸਮਾ ਜਾਏਗੀ। ਪਰ ਆਪਾਂ ਨੇ ਜਿਹੜਾ, ਜਿਹਨੇ ਆਪਣੀ ਜੋਤ ਹੀ ਨਹੀਂ ਦੇਖੀ, ਜਿਹੜਾ ਆਪਣੇ ਆਪ ਨੂੰ ਨਹੀਂ ਜਾਣਦਾ, ਉਹ ਕਿਵੇਂ ਜਿਹੜਾ ਹੈ ਪਰਮਾਤਮਾ ਦੇ ਵਿੱਚ ਸਮਾਏਗਾ ਭਾਈ? ਜਿਹੜਾ ਆਪਣੀ ਜੋਤ 'ਚ ਹੀ ਨਹੀਂ ਸਮਾਇਆ, ਉਹ ਜੋਤ ਫਿਰ ਪਰਮਾਤਮਾ ਦੀ ਜੋਤ 'ਚ ਕਿਵੇਂ ਸਮਾ ਜਾਏਗੀ? ਭੈ ਤੇ ਨਿਰਭਉ ਪਾਈਏ, ਮਿਲ ਜੋਤੀ ਜੋਤ ਅਪਾਰ। ਕਹਿੰਦੇ ਭੈ ਦੇ ਨਾਲ, ਇਸੇ ਭੈ ਦੇ ਨਾਲ ਉਹ ਨਿਰਭਉ ਪਰਮਾਤਮਾ ਮਿਲਣਾ ਹੈ। ਤੇ ਜਦ ਉਹ ਨਿਰਮਲ ਮਿਲਣਾ ਹੈ ਤੇ ਆਪਾਂ ਭੈ ਮੁਕਤ ਹੋ ਜਾਣਾ ਹੈ। ਫਿਰ ਆਪਾਂ ਨੂੰ ਜਿਹੜਾ ਹੈਗਾ ਮਾਇਆ ਦਾ ਕੋਈ ਭੈ ਨਹੀਂ, ਜਨਮ ਮਰਨ ਦਾ ਕੋਈ ਭੈ ਨਹੀਂ, ਮਾਂ ਦੇ ਪੇਟ 'ਚ ਜਾਣ ਦਾ ਕੋਈ ਭੈ ਨਹੀਂ। ਭੈ ਤੇ ਨਿਰਭਉ ਪਾਈਏ, ਮਿਲੇ ਜੋਤੀ ਜੋਤ ਅਪਾਰ। ਇਸ ਤਰ੍ਹਾਂ ਜਿਹੜੀ ਜੋਤ ਦੇ ਉਸ ਅਪਾਰ ਮਾਲਕ ਪਰਮਾਤਮਾ ਦੀ ਜੋਤ ਦੇ ਵਿੱਚ ਆਪਣੀ ਜੋਤ ਮਿਲ ਜਾਂਦੀ ਹੈ। ਨਾਨਕ ਖਸਮੇ ਭਾਵੈ ਸਾ ਭਲੀ, ਜਿਸ ਨੂੰ ਆਪੇ ਬਖਸ਼ੇ ਕਰਤਾਰ। ਆਇਆ ਮਾਲਕ ਦੀ ਬਖਸ਼ਿਸ਼, ਪਰਮਾਤਮਾ ਦੀ ਬਖਸ਼ਿਸ਼। ਪਰਮਾਤਮਾ ਨਾਨਕ ਖਸਮੇ ਭਾਵੈ ਸਾ ਭਲੀ, ਜਿਹੜੀ ਖਸਮ ਨੂੰ ਭਾ ਗਈ ਭਾਈ, ਉਹੀ ਭਲੀ ਹੈਗੀ, ਭਲੇ ਜੀਵਨ ਵਾਲੀ ਹੈਗੀ। ਔਰ ਖਸਮ ਨੂੰ ਉਹ ਪਾਉਂਦੀ ਆ ਜਿਹੜੀ ਖਸਮ ਦੀ ਗੱਲ ਮੰਨਦੀ ਹੈ, ਜੋ ਖਸਮ ਚਾਹੁੰਦਾ ਹੈ। ਪਤੀ ਜੋ ਚਾਹੁੰਦਾ ਹੈ, ਜੇ ਪਤਨੀ ਉਹ ਕਰਦੀ ਆ, ਉਹ ਗੱਲ ਮੰਨਦੀ ਆ, ਤੇ ਭਾਈ ਉਹ ਪਤੀ ਨੂੰ ਪਾ ਜਾਂਦੀ ਹੈ। ਨਾਨਕ ਖਸਮੇ ਭਾਵੈ ਸਾ ਭਲੀ, ਜਿਸ ਨੂੰ ਆਪੇ ਬਖਸ਼ੇ ਕਰਤਾਰ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਬਖਸ਼ਿਸ਼ ਕਰ ਦਿੰਦਾ ਹੈ, ਦਰ ਖੋਲ ਦਿੰਦਾ ਹੈ, ਮੁਕਤੀ ਦਾ ਦੁਆਰ ਦੇ ਦਿੰਦਾ ਹੈ। ਹਾਂਜੀ ਵੀਰ ਜੀ। ਜੀ ਠੀਕ ਹੈ ਨਿਜਲ ਸਾਹਿਬ। ਹਾਂਜੀ, ਅੱਗੇ ਕਥਾ ਹੋਰ ਕਰਨੀ ਪੈਣੀ ਆ, ਆਪ ਕੰਟੀਨਿਊ ਕਰੋ ਜੀ। ਠੀਕ ਹੈ, ਬਹੁਤ ਵਧੀਆ ਨਿਜਲ ਸਾਹਿਬ। ਅੱਗੇ ਪੌੜੀ, ਅੱਗੇ ਮਹਲਾ ਤੀਜਾ ਇੱਕ ਸ਼ਲੋਕ ਹੋਰ ਹੈਗਾ ਭਾਈ। ਸਦਾ ਸਦਾ ਸਲਾਹੀਏ, ਸੱਚੇ ਕੋ ਬਲ ਜਾਉ। ਕਹਿੰਦੇ ਭਾਈ ਹਮੇਸ਼ਾ ਕਹਿੰਦੇ ਇਹ ਕੰਮ ਜਿਹੜਾ ਹੈਗਾ ਹਮੇਸ਼ਾ ਕਰਦੇ ਰਹੋ, ਮੈਕਸੀਮਮ ਜਦ ਵੀ ਸਮਾਂ ਮਿਲੇ ਕੰਮ ਕਰੋ। ਔਰ ਜਿਹੜਾ ਇਹ ਕੰਮ ਕਰਦਾ ਹੈ, ਕਹਿੰਦੇ ਉਹ ਜਿਹੜਾ ਹੈਗਾ ਮੈਂ ਉਸ ਤੋਂ ਬਲਿਹਾਰ ਜਾਣਾ ਹੈ ਭਾਈ, ਉਹ ਸੱਚੇ ਤੋਂ ਮੈਂ ਬਲਿਹਾਰ ਜਾਣਾ ਹੈ। ਉਹ ਉਸ ਮਾਲਕ ਪਰਮਾਤਮਾ ਦਾ ਸੱਚੇ ਦਾ ਰੂਪ ਹੋ ਜਾਏਗਾ। ਨਾਨਕ ਏਕ ਛੋੜ ਦੂਜੇ ਲਗੇ, ਸਾਹ ਜਿਹਵਾ ਜਲ ਜਾਓ। ਕਹਿੰਦੇ ਜਿਹੜਾ ਵੀ ਇਨਸਾਨ ਜਿਹੜਾ ਹੈਗਾ ਇੱਕ ਮਾਲਕ ਪਰਮਾਤਮਾ ਨੂੰ ਛੱਡ ਕੇ, ਜਿਸ ਇਨਸਾਨ ਨੇ ਦੁਨੀਆ ਦੇ ਸਵਾਦ, ਦੁਨੀਆ ਦੇ ਪਦਾਰਥ, ਦੁਨੀਆ ਦੇ ਭੋਗ ਵਿਲਾਸ ਜਿਹੜੇ ਹੈਗੇ ਉਹਨਾਂ ਨੂੰ ਚੂਜ਼ ਕਰ ਲਿਆ, ਉਹਨਾਂ ਤੋਂ ਜਿਹੜਾ ਹੈਗਾ ਉਹਨੂੰ ਟਾਈਮ ਹੀ ਨਹੀਂ ਮਿਲਦਾ। ਕਹਿੰਦੇ ਸਾਹ ਜਿਹਵਾ ਜਲ ਜਾਓ। ਕਹਿੰਦੇ ਉਹ ਸਵਾਦ ਲੈਣ ਵਾਲੀ ਜੀਭ ਜਿਹੜੀ ਹੈਗੀ, ਕਹਿੰਦੇ ਉਹ ਤਾਂ ਸਾੜੀ ਜਾਏ, ਉਹਦਾ ਕੀ ਫਾਇਦਾ ਦੁਨੀਆ ਦੇ ਵਿੱਚ।
ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਦੇਖੋ ਉੱਪਰ ਗੱਲ ਕਰ ਰਹੇ ਨੇ, ਕਹਿੰਦੇ ਉਹ ਕਹਿੰਦੇ ਭੈ ਵਿੱਚ ਬਸੇ, ਭੈ ਵਿੱਚ ਰਹੇ, ਭੈ ਵਿੱਚ ਕਮਾਵੇ ਕਾਰ। ਦੇਖੋ ਬਿਲਕੁਲ ਕੀ ਸਹੀ। ਕਹਿ ਰਹੇ ਨੇ, ਭੈ ਦੇ ਵਿੱਚ ਵਸਣਾ, ਭੈ ਦੇ ਵਿੱਚ ਰਹਿਣਾ ਹੈ। ਹਾਂ, ਪਰਮਾਤਮਾ ਇਹ ਨਹੀਂ ਕਿ 2 ਮਿੰਟ ਮੱਥਾ ਟੇਕਿਆ ਤੇ ਘਰ ਨੂੰ ਆ ਗਏ ਤੇ ਜਪਜੀ ਸਾਹਿਬ ਦਾ ਪਾਠ ਕਰ ਲਿਆ ਤੇ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਤੇ ਗੱਲ ਖਤਮ ਹੋ ਗਈ। ਉਹ ਕਹਿੰਦੇ ਭੈ ਦੇ ਵਿੱਚ ਜੀਵਨ ਬਤੀਤ ਕਰਨਾ ਹੈ ਤੁਸੀਂ, ਉਹਨੂੰ ਹਾਜ਼ਰ ਨਾਜ਼ਰ ਉਹਨੂੰ ਸਮਝਣਾ ਹੈ, ਜਿੱਦਾਂ ਘਰੇ ਤੁਹਾਡੇ ਕੈਮਰਾ ਲੱਗਾ ਨਾ। ਹਾਂ ਬਿਲਕੁਲ। ਆਪਾਂ ਇਹ ਨਹੀਂ ਹੈ ਕਿ ਗੁਰਦੁਆਰੇ ਗਏ ਤੇ ਉੱਥੇ ਜਿਹੜਾ ਹੈਗਾ ਪੈਰ ਰੱਖ ਲਿਆ ਤੇ ਬਾਅਦ ਵਿੱਚ ਆਏ ਤੇ ਫਿਰ ਲੋਕਾਂ ਦੇ ਗਲੇ ਕੱਟਤੇ। ਹਾਂ, ਉਹ ਕਹਿੰਦੇ ਜਿਹੜੀ ਤੂੰ ਕਮਾਈ ਵੀ ਕਰਨੀ ਹੈ ਨਾ, ਉਹ ਵੀ ਭੈ ਦੇ ਵਿੱਚ ਹੋਣੀ ਚਾਹੀਦੀ ਆ, ਐਵੇਂ ਨਾ ਲੈਵੀਂ। ਹਾਂ, ਸੋ ਇਹ ਗੱਲਾਂ ਕਹੀਆਂ ਨੇ। ਫਿਰ ਅੱਛਾ, ਫਿਰ ਆਹ 3 ਚੀਜ਼ਾਂ ਮੰਨੀਏ ਤੇ ਫਿਰ ਅੱਗੇ ਕੀ ਹੁੰਦਾ? ਕਹਿੰਦਾ ਭੈ ਵਿੱਚ ਬਸੇ, ਭੈ ਵਿੱਚ ਰਹੇ, ਭੈ ਵਿੱਚ ਕਮਾਵੇ ਕਾਰ। ਫਿਰ ਕਹਿੰਦੇ ਇੱਥੇ ਸੁਖ ਵਡਿਆਈਆਂ, ਦਰਗੇ ਮੋਖ ਦਵਾਰ। ਤੇ ਫਿਰ ਕੀ ਹੋਊਗਾ? ਕਹਿੰਦੇ ਤੈਨੂੰ ਤਾਂ ਸੁੱਖ ਇੱਥੇ ਵੀ, ਤੈਨੂੰ ਵਡਿਆਈਆਂ ਮਿਲਣਗੀਆਂ, ਐ ਸੰਸਾਰ 'ਚ ਵੀ ਇਹ ਕੁਝ ਮਿਲ ਜਾਣਾ। ਹਾਂ, ਤੇ ਦਰਗਾਹ ਦੇ ਵਿੱਚ ਤੂੰ ਮੁਕਤ ਹੋ ਜਾਣਾ। ਬਿਲਕੁਲ ਠੀਕ ਹੈ ਜੀ। ਭੈ ਦਾ ਕਿੱਡਾ ਰੋਲ ਹੈ ਜੀ, ਭੈ ਦੇ ਵਿੱਚ ਰਹਿਣਾ ਕਿੱਡਾ ਵੱਡੀ ਗੱਲ ਹੈ ਜੀ। ਫਿਰ ਕਹਿੰਦੇ ਭੈ ਤੇ ਨਿਰਭਉ ਪਾਈਏ, ਮਿਲੇ ਜੋਤੀ ਜੋਤ ਅਪਾਰ। ਤੇ ਭੈ ਤੋਂ ਬਾਅਦ ਫਿਰ ਨਿਰਭਉ ਪਰਮਾਤਮਾ ਮਿਲੇਗਾ ਤੇ ਨਿਰਭਉ ਔਰ ਨਿਰਭਉ ਦੀ ਸਟੇਜ ਮਿਲ ਜਾਏਗੀ, ਇੱਕ ਹੋ ਜਾਣਗੇ ਦੋਨੋਂ। ਹਾਂਜੀ ਵੀਰ ਜੀ। ਹਾਂ, ਤਾਂ ਫਿਰ ਕਿਉਂ ਜੋਤੀ ਜੋਤ ਅਪਾਰ? ਫਿਰ ਤੁਸੀਂ ਜੋਤੀ ਜੋਤ ਮਤਲਬ ਆਤਮਾ ਰੂਪੀ ਜਿਹੜੀ ਪਰਮਾਤਮਾ ਰੂਪੀ ਸ਼ਕਤੀ ਆ, ਉਹ ਸਾਡੀ ਆਤਮਾ ਚ ਇੱਕਮਿਕ ਹੋ ਜਾਂਦੀ ਹੈ ਜੀ। ਫਿਰ ਕਹਿੰਦੇ ਨਾਨਕ ਖਸਮੇ ਭਾਵੇ ਸਹੀ ਭਲੀ, ਜਿਸ ਨੂੰ ਪਾਪੇ ਬਖਸ਼ੇ ਕਰਤਾਰ। ਕਹਿੰਦੇ ਉਹਨੂੰ ਜੋ ਪਾਉਂਦਾ ਹੈ ਜੀ ਉਹੀ ਭਲਾ ਜੀ, ਤੇ ਉਹ ਬਖਸ਼ ਦਿੰਦਾ ਜੀ ਕਰਤਾਰ। ਵੈਸੇ ਪਰਮਾਤਮਾ ਨਹੀਂ ਕਿਸੇ ਨੂੰ ਕੁਛ ਕਹਿੰਦਾ, ਇਹ ਤੇ ਸਾਡੀ ਮਰਜ਼ੀ ਹੈ। ਅਸੀਂ ਆਪ ਹੀ ਕਿਰਤ ਕਰਮ ਦੇ ਕਰਕੇ ਵਿਛੜੇ ਆ, ਤੇ ਪਰਮਾਤਮਾ ਤੇ ਨਹੀਂ ਕਦੇ ਮਨਾ ਕਰਦਾ। ਉਹ ਤੇ ਕਹਿੰਦਾ ਜਦੋਂ ਮਰਜ਼ੀ ਆ ਜਾਓ। ਕਹਿੰਦੇ ਸਦਾ ਸਦਾ ਸਲਾਹੀਏ ਸੱਚੇ ਕੋ ਬਲ ਜਾਓ, ਨਾਨਕ ਏਕ ਛੋੜ ਦੂਜੇ ਲੱਗੇ, ਲੱਗੇ ਸਹਿ ਜਿਹਵਾ ਜਲ ਜਾਓ। ਬਿਲਕੁਲ। ਕਹਿੰਦੇ ਜੀ ਜੇ ਸੱਚੇ ਨੂੰ ਜਿਹੜਾ ਬੰਦਾ ਸਦਾ ਸਦਾ ਸਲਾਹੀਏ ਸੱਚੇ ਕੋ ਬਲ ਜਾਓ, ਜਿਹੜਾ ਪ੍ਰਮਾਤਮਾ ਦੀ ਭਗਤੀ ਕਰਦਾ ਜੀ, ਠੀਕ ਹੈ ਜੀ। ਮੈਂ ਬਲਿਹਾਰ ਜਾਣਾ, ਜਿਹੜਾ ਕੋ ਬਲ ਜਾਓ, ਉਹਨਾਂ ਤੋਂ ਬਲਿਹਾਰੀ ਜਾਂਦੇ ਆ। ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰਦਾ ਜੀ, ਫਿਰ ਅਗਲੇ ਕਹਿੰਦੇ ਕਿ ਨਾਨਕ ਇੱਕ ਛੱਡ, ਇਹਦਾ ਜਿਹੜਾ ਪ੍ਰਮਾਤਮਾ ਨੂੰ ਛੱਡ ਕੇ ਤੇ ਜਿਹੜਾ ਦੂਜਾ ਮਾਇਆ ਦੇ ਪਿੱਛੇ ਹੀ ਆਪਣਾ ਜੀਵਨ ਬਤੀਤ ਕਰਦਾ, ਕਹਿੰਦੇ ਉਹਦੀ ਜੇਬਾ ਜਾਵੇ, ਉਹਦੀ ਜ਼ੁਬਾਨ ਜਿਹੜੀ ਆ ਸੜ ਜਾਵੇ। ਦੇਖੋ ਜੀ, ਜੇਵਾ ਦਾ ਮਤਲਬ ਹੈ ਜੇਵਾ ਤੋਂ ਆਪਾਂ ਸਵਾਦ ਲੈਨੇ ਆ। ਉਹ ਕਹਿੰਦੇ ਉਹ ਸਵਾਦ, ਉਹ ਮਨ ਹੀ ਸੜ ਗਿਆ। ਕਹਿੰਦੇ ਉਹ ਤਾਂ ਬਸ ਖਾਕ ਹੋ ਗਿਆ। ਮਨ ਜਿਹੜਾ ਹੈਗਾ, ਇਸ ਮਨ ਕੋ ਜਨਮ ਜਨਮ ਕੀ ਮਨ ਲਾਗੀ, ਕਾਲਾ ਹੋਆ ਸਿਆਓ, ਆਲੋ ਕਾਲਾ ਹੋ ਗਿਆ ਉਹ ਮਨ ਤਾਂ ਜਿਹੜਾ ਆਇਆ। ਕਹਿੰਦੇ ਜੇਵਾ ਕਾਦੀ ਆਪਣੀ ਸੁਰਤ ਹੈਗੀ, ਜੇਵਾ ਮਨ ਹੈਗਾ, ਉਹਨੇ ਸੜ ਜਾਣਾ ਭਾਈ। ਮਨ ਹੀ ਤਾਂ ਸਵਾਦ ਲੈਂਦਾ ਹੈ ਸਾਰੇ। ਹਾਂਜੀ ਵੀਰ ਜੀ। ਫਿਰ ਅਗਲੇ ਬੰਨੇ ਨੇ ਜੀ ਸਾਹਿਬ ਅਗਲਾ ਪੌੜੀ ਬੋਲਦੇ ਜੀ। ਪੌੜੀ ਅੰਸਾ ਅਵਤਾਰ ਉਪਾਇਨ, ਭਾਉ ਦੂਜਾ ਕੀਆ। ਕਹਿੰਦੇ ਵੱਡੇ ਵੱਡੇ ਅੰਸ਼ ਜਿਹੜੇ ਹੈਗੇ ਆ, ਜਿਹੜੇ ਵੱਡੇ ਵੱਡੇ ਦੇਵਤੇ ਅਵਤਾਰ ਪੈਦਾ ਹੋਏ ਆ ਦੁਨੀਆ ਦੇ ਵਿੱਚ, ਉਹ ਵੀ ਕਹਿੰਦੇ ਆ ਡੁਐਲਿਟੀ ਦੇ ਵਿੱਚ ਬੈਠੇ ਆ ਭਾਈ। ਉਹ ਵੀ ਡੁਐਲਿਟੀ ਦੇ ਵਿੱਚ ਹੈ, ਉਹਨਾਂ ਦੇ ਨਾਲ ਵੀ ਡੁਐਲਿਟੀ ਦੇ ਨਾਲ ਦੂਸਰੇ ਦੇ ਨਾਲ ਪਿਆਰ ਹੈਗਾ, ਉਹਨੂੰ ਵੀ ਮਾਇਆ ਦੇ ਨਾਲ। ਜੋ ਰਾਜੇ ਰਾਜ ਕਮਾਉਂਦੇ ਦੁੱਖ ਸੁੱਖ ਭੀੜੀਆ, ਜਿਵੇਂ ਰਾਜੇ ਜਿਹੜੇ ਹੈਗੇ ਉਹ ਰਾਜ ਕਮਾਉਂਦੇ ਆ, ਆਪਣਾ ਰਾਜ ਵੱਡਾ ਕਰਦੇ ਆ। ਜਿਵੇਂ ਜਿਹੜਾ ਹੈਗਾ ਦੇਖ ਲਓ ਲੱਗੇ ਆ ਰਸ਼ੀਆ ਤੇ ਯੂਕਰੇਨ। ਕਹਿੰਦੇ ਜਿਉਂ ਰਾਜੇ ਰਾਜ ਕਮਾਉਂਦੇ ਉਧਰ ਜਿਹੜਾ ਹੈਗਾ USA ਲੱਗਿਆ, ਇੱਧਰ ਰਸ਼ੀਆ ਜਿਹੜਾ ਹੈਗਾ ਸਾਰਿਆਂ ਨੂੰ ਆਪਣੇ 'ਚ ਮਿਲਾਉਣਾ ਚਾਹੁੰਦੇ ਆ। ਦੁੱਖ ਸੁੱਖ ਭਿੜੀਆ, ਇਸ ਦੁੱਖਾਂ ਸੁੱਖਾਂ ਦੇ ਵਿੱਚ ਹੀ ਰਹਿੰਦੇ ਆ ਭਾਈ, ਇੱਕ ਦੂਸਰੇ ਦੇ ਨਾਲ ਭਿੜਦੇ ਰਹਿੰਦੇ ਆ। ਇਹ ਕਾਮ ਕ੍ਰੋਧ ਲੋਭ ਹੰਕਾਰ ਜੀਵਨ ਦੇ ਵਿੱਚ ਉਸ ਤਰ੍ਹਾਂ ਹੀ ਬਰਕਰਾਰ ਰਹਿੰਦੇ ਆ। ਈਸ਼ਰ ਬ੍ਰਹਮਾ ਸੇਵਦੇ ਅੰਤ ਤਿਨੀ ਨਾ ਲਈਆ। ਵੱਡੇ ਤੋਂ ਵੱਡੇ ਕਹਿੰਦੇ ਆ ਇਹ ਈਸ਼ਰ ਵਰਗੇ, ਬ੍ਰਹਮਾ ਵਰਗੇ, ਵਿਸ਼ਨੂੰ ਵਰਗੇ ਜਿਹੜੇ ਹੈਗੇ ਆ, ਇਹ ਵੀ ਜਿਹੜੇ ਸੇਵਾ ਪਰਮਾਤਮਾ ਦੀ ਕਰਦੇ ਆ, ਇਹ ਵੀ ਜਿਹੜੇ ਹੈਗੇ ਉਹਦਾ ਅੰਤ ਨਹੀਂ ਪਾ ਸਕਦੇ। ਨਿਰਭਉ ਨਿਰੰਕਾਰ ਅਲਖ ਹੈ, ਗੁਰਮੁਖੇ ਪ੍ਰਗਟੀਆ। ਨਿਰਭਉ ਉਹ ਮਾਲਕ ਪਰਮਾਤਮਾ, ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ ਹੈਗਾ, ਉਹ ਮਾਲਕ ਪਰਮਾਤਮਾ ਅਲੱਖ ਹੈਗਾ ਭਾਈ, ਨਹੀਂ ਲਖਿਆ ਜਾਂਦਾ ਹੋਰ ਕਿਸੇ ਤਰੀਕੇ ਦੇ ਨਾਲ। ਗੁਰਮੁਖੇ ਗੁਰੂ ਦੇ ਰਾਹੀਂ, ਬ੍ਰਹਮ ਗਿਆਨ ਦੇ ਰਾਹੀਂ, ਜੋ ਬ੍ਰਹਮ ਗਿਆਨ ਕਹਿ ਰਿਹਾ ਆ,
ਆਪਣੇ ਆਪ ਨੂੰ ਜਿਹੜਾ ਹੈਗਾ ਵਿਚਾਰ ਮੁਕਤ ਕਰਨਾ, ਸਹਿਜ ਦੇ ਵਿੱਚ ਜਾਣਾ। ਉਸ ਤੋਂ ਇਲਾਵਾ ਜਿਹੜਾ ਹੈਗਾ ਮਾਲਕ ਪ੍ਰਗਟ ਨਹੀਂ ਹੁੰਦਾ, ਆਤਮ ਦਰਸ਼ਨ ਨਹੀਂ ਹੁੰਦੇ। ਤਿੱਥੇ ਸੋਗ ਵਿਜੋਗ ਨਾ ਵਿਆਪਈ, ਅਸਥਿਰ ਜਗੇ ਥੀਆ। ਔਰ ਜਿਹੜਾ ਉਸ ਮਾਲਕ ਪਰਮਾਤਮਾ ਦੀ ਗੁਰੂ ਦੇ ਰਾਹੀਂ ਭਗਤੀ ਕਰਦਾ ਹੈ, ਉੱਥੇ ਕਹਿੰਦੇ ਉਸ ਨੂੰ ਇਹ ਮਾਇਆ ਦੇ ਜਿਹੜੇ ਹੈਗੇ ਸੋਗ ਅਤੇ ਵਿਜੋਗ, ਨਾ ਹੀ ਦੁੱਖ ਵਿਆਪਦੇ ਆ, ਨਾ ਹੀ ਪਰਮਾਤਮਾ ਤੋਂ ਆਪਾਂ ਵਿਛੜੇ ਹੋਏ ਆ। ਉਹਦਾ ਵਿਛੋੜਾ ਜਿਹੜਾ ਹੁੰਦਾ ਹੈ ਉਹ ਅਸਥਿਰ ਜਗੇ ਥੀਆ। ਇਸ ਸੰਸਾਰ ਦੇ ਵਿੱਚ ਕਿਹੜੇ ਮਰਜ਼ੀ ਯੁੱਗ ਹੋਏ, ਉਹ ਇਨਸਾਨ ਜਿਹੜਾ ਹੈਗਾ ਅਸਥਿਰ ਹੋ ਜਾਏਗਾ, ਹਮੇਸ਼ਾ ਵਾਸਤੇ ਜਿਹੜਾ ਹੈਗਾ ਮਾਲਕ ਦਾ ਸਾਥ ਅਬਨਾਸੀ ਹੋ ਜਾਏਗਾ। ਇਸ ਸੰਸਾਰ ਦੇ ਵਿੱਚ ਆਇਆ, ਉਹਦਾ ਜੀਵਨ ਸਫਲ ਹੋ ਜਾਏਗਾ ਭਾਈ। ਹਾਂਜੀ ਵੀਰ ਜੀ। ਹਾਂਜੀ, ਇੱਥੇ ਸਾਧ ਸੰਗਤ ਜੀ ਉਹ ਕਹਿ ਰਹੇ ਨੇ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟਾਇਆ, ਪ੍ਰਗਟਿਆ। ਤਿੱਥੇ ਸੋਗ ਵਿਜੋਗ ਨਾ ਵਿਆਪੇ। ਪ੍ਰਗਟੀਏ ਤਿੱਥੇ ਸੋਗ ਵਿਜੋਗ ਨਾ ਵਿਆਪਈ, ਅਸਥਿਰ ਜਗ ਥੀਆ। ਠੀਕ ਹੈ ਜੀ। ਤੇ ਇੱਥੇ ਕੀ ਹੁੰਦਾ ਜੀ, ਉਹ ਨਿਰੰਕਾਰ ਹੈ ਜਿਹੜਾ ਅਲਖ ਹੈ, ਜਿਹੜਾ ਜਿਹਨੂੰ ਗਿਆਨ ਇੰਦਰੀਆਂ ਦੇ ਨਾਲ ਨਹੀਂ ਦੇਖਿਆ ਜਾ ਸਕਦਾ। ਉਹ ਕਹਿੰਦੇ ਕਿ ਉਹ ਗੁਰਮੁਖ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਬਿਲਕੁਲ। ਪਰ ਪ੍ਰਗਟ ਹੋਣ ਤੋਂ ਪਹਿਲਾਂ ਉਪਰਲੀ ਕੰਡੀਸ਼ਨਾਂ ਦੱਸੀਆਂ ਨੇ। ਉਹ ਕੰਡੀਸ਼ਨ ਜਿਹੜਾ ਬੰਦਾ ਫੋਲੋ ਕਰੇਗਾ ਉਹਦੇ ਅੰਦਰ ਹੀ ਪ੍ਰਗਟ ਹੋਵੇਗਾ। ਤੇ ਸੰਜੋਗ ਤੇ ਵਿਜੋਗ ਨਾ ਵਿਆਪੀ, ਅਸਥਿਰ ਜਗ ਥੀਆ। ਤੇ ਇਹ ਫਿਰ ਹੁੰਦਾ ਹੈ ਕਿ ਬੰਦਾ ਫਿਰ ਆਤਮਿਕ ਅਡੋਲ ਅਵਸਥਾ ਚ ਪਹੁੰਚ ਜਾਂਦਾ ਹੈ। ਨਾ ਤੇ ਉਹਨੂੰ ਕੁਝ ਚੀਜ਼ ਮਿਲਣ ਦੇ ਨਾਲ ਖੁਸ਼ੀ ਹੁੰਦੀ ਹੈ, ਤੇ ਨਾ ਹੀ ਚੀਜ਼ ਜਾਣ ਦੇ ਨਾਲ ਉਹਨੂੰ ਦੁੱਖ ਹੁੰਦਾ ਹੈ। ਜਿੰਨਾ ਆਪਾਂ ਕਿਸੇ ਚੀਜ਼ ਨੂੰ ਪ੍ਰਾਪਤ ਕਰਕੇ ਚੀਕਾਂ ਮਾਰਦੇ ਆ ਨਾ, ਤੇ ਜਦੋਂ ਉਹ ਚੀਜ਼ ਸਾਡੇ ਤੋਂ ਖੋਈ ਜਾਂਦੀ ਹੈ, ਅਸੀਂ ਉਸ ਤੋਂ ਵੱਧ ਹੀ ਚੀਕਾਂ ਮਾਰਾਂਗੇ। ਤੇ ਸੰਜੋਗ ਤੇ ਵਿਜੋਗ ਜਿਹੜੇ ਕਾਰਜ ਹੈਗੇ ਆ, ਇਹ ਸੰਸਾਰ ਦੇ ਵਿੱਚ ਆਉਂਦੇ ਨੇ। ਇਹਦੇ ਨਾਲ ਹੀ ਪ੍ਰਕਿਰਤੀ ਚੱਲਦੀ ਹੈ। ਕੋਈ ਚੀਜ਼ਾਂ ਮਿਲੀਆਂ ਫਿਰ ਚਲ ਜਾਂਦੀਆਂ, ਆਪਾਂ ਲੋਕਾਂ ਨਾਲ ਇਕੱਠੇ ਹੁੰਦੇ ਆ ਫਿਰ ਅਲੱਗ ਹੋ ਜਾਂਦੇ ਆ। ਇਹ ਸੰਸਾਰ ਏਦਾਂ ਹੀ ਚੱਲਣਾ। ਤੇ ਠੀਕ ਹੈ ਜੀ। ਤੇ ਜਦੋਂ ਤੁਸੀਂ ਅੰਦਰੋਂ ਅਸਥਿਰ ਹੋ ਜਾਂਦੇ ਜੋ, ਤੇ ਫਿਰ ਇਹ ਜਿਹੜਾ ਸੰਸਾਰ ਦਾ ਜਿਹੜਾ ਸੰਜੋਗ ਤੇ ਵਿਜੋਗ ਤੁਹਾਨੂੰ ਪ੍ਰਭਾਵਿਤ ਨਹੀਂ ਕਰ ਸਕਦਾ, ਕਿਉਂਕਿ ਆਤਮਾ ਦੇ ਵਿੱਚ ਹਲਚਲ ਪੈਦਾ ਨਹੀਂ ਹੁੰਦੀ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। ਹਾਂਜੀ ਵੀਰ ਜੀ। ਉਹ ਨਾ ਪਾਪ ਪੁੰਨ ਦੋਨਾਂ ਤੋਂ ਜਿਹੜਾ ਹੈਗਾ ਉਹ ਪਾਸੇ ਹੋ ਗਿਆ ਭਾਈ। ਉਹ ਪਾਪ ਤੇ ਪਾਪ ਦੇ ਨਾਲ ਵੀ ਉਹਦੇ ਜਿਹੜੇ ਹੈਗੇ ਉਹਦੇ ਜਿਹੜੇ ਹੈਗੇ ਅੱਗੇ ਜਿਹੜੇ ਹੈਗੇ ਉਹਦੀਆਂ ਕਾਰਨ ਸਰੀਰ ਜਿਹੜਾ ਹੈਗਾ ਉਹਦੇ 'ਚ ਵਾਧਾ ਨਹੀਂ ਹੋਣਾ, ਕਾਰਨ ਸਰੀਰ ਰਹਿਣਾ ਹੀ ਨਹੀਂ ਹੈ ਉਹਦਾ। ਨਾ ਪੁੰਨ ਤੇ ਨਾ ਪਾਪ, ਉਹਨੂੰ ਕੋਈ ਲੇਖਾ ਨਹੀਂ ਦੇਣਾ ਪੈਣਾ। ਉਹ ਜਿਹੜਾ ਇਹਨਾਂ 'ਚੋਂ ਪਾਸੇ ਹੋ ਜਾਂਦਾ। ਹਾਂਜੀ ਵੀਰ ਜੀ। ਠੀਕ ਹੈ ਜੀ। ਠੀਕ ਹੈ ਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਦਿਨ ਰੋਕਤਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। 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 ਵਾਹਿਗੁਰੂ।
ਵਾਹਿਗੁਰੂ 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 ਤਾਂ ਸੰਗੇ ਤੂੰ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।